ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਸਾਰੇ ਜਣੇ। ਸੋ ਬਾਹਰ ਤਾਂ ਬਹੁਤ ਜ਼ਿਆਦਾ ਠੰਡ ਹੈਗੀ ਹੈ, ਜ਼ਾਹਿਰ ਜੀ ਗੱਲ ਹੈ। ਪਿਛਲੇ ਕਈ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਾਫੀ ਸਰਦੀ ਪੈ ਰਹੀ ਹੈ, ਪਰ ਸਿਆਸੀ ਫਿਜ਼ਾ ਥੋੜੀ ਗਰਮਾਈ ਹੋਈ ਹੈ। ਸਿਆਸਤ ਦੇ ਵਿੱਚ ਗਰਮਾਹਟ ਚੱਲ ਰਹੀ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਸ ਤਰੀਕੇ ਨਾਲ ਜਸਟਿਨ ਟਰੂਡੋ ਦੀ ਕੈਬਨਿਟ ਦਾ ਜਿਹੜਾ ਵਿਸਥਾਰ ਹੋ ਚੁੱਕਿਆ ਹੈ, ਮੰਤਰੀ ਮੰਡਲ ਦਾ ਵਿਸਥਾਰ ਹੋਇਆ ਤਾਂ ਬਹੁਤ ਸਾਰੇ ਨਵੇਂ ਚਿਹਰੇ ਦੇਖਣ ਨੂੰ ਮਿਲ ਰਹੇ ਨੇ। ਬਹੁਤ ਅਹੁਦਿਆਂ ਦੇ ਉੱਤੇ ਉਲਟ ਪਲਟ ਜਿਹੜਾ ਉਹ ਦੇਖਣ ਨੂੰ ਮਿਲਿਆ। ਕਈ ਅਹੁਦਿਆਂ ਦੇ ਵਿੱਚ ਇਹੋ ਜਿਹੇ ਬਦਲਾਅ ਕੀਤੇ ਗਏ ਨੇ ਜਿਹੜੇ ਸ਼ਾਇਦ ਅੰਦਾਜ਼ਾ ਲਗਾਉਣਾ ਵੀ ਜਿਨ੍ਹਾਂ ਦਾ ਮੁਸ਼ਕਿਲ ਸੀਗਾ ਕਿ ਇੱਦਾਂ ਦੇ ਬਦਲਾਅ ਹੋ ਸਕਦੇ ਨੇ, ਪਰ ਵੱਡੇ ਪੱਧਰ ਦੇ ਉੱਤੇ ਇਸ ਵਾਰ ਜਿਹੜੇ ਚੇਂਜਸ ਦੇਖਣ ਨੂੰ ਮਿਲੇ ਨੇ। ਸੋ ਸਭ ਤੋਂ ਵੱਡਾ ਚੇਂਜਸ ਤਾਂ ਇਹੀ ਹੈ ਵੀ ਜਿਹੜੇ ਰੱਖਿਆ ਮੰਤਰੀ ਨੇ ਉਹ ਵੀ ਬਦਲ ਦਿੱਤੇ ਗਏ ਨੇ, ਔਰ ਜਿਸ ਤਰੀਕੇ ਨਾਲ ਅਸੀਂ ਸਾਰੇ ਜਾਣਦੇ ਹਾਂ ਵੀ ਕਾਫੀ ਸੁਗਬੁਗਾਹਟ ਜਿਹੀ ਚੱਲ ਰਹੀ ਸੀਗੀ ਇਸ ਮੰਤਰਾਲੇ ਦੇ ਵਿੱਚ। ਸੋ ਇਹ ਕਿਹਾ ਵੀ ਜਾ ਰਿਹਾ ਸੀ ਕਿ ਇਸ ਵਾਰ ਮੰਤਰੀ ਮੰਡਲ ਦਾ ਵਿਸਥਾਰ ਹੋਏਗਾ ਤਾਂ ਸ਼ਾਇਦ ਹਰਜੀਤ ਸੱਜਣ ਜਿਹੜੇ ਨੇ ਉਹਨਾਂ ਨੂੰ ਬਦਲ ਦਿੱਤਾ ਜਾਏ, ਉਹਨਾਂ ਦੀ ਥਾਂ ਕੌਣ ਲਏਗਾ ਇਹ ਵੱਡਾ ਸਵਾਲ ਸੀ। ਸੋ ਹੁਣ ਅਨੀਤਾ ਆਨੰਦ ਉਹਨਾਂ ਦੀ ਥਾਂ ਜਿਹੜੀ ਉਹ ਲੈ ਚੁੱਕੇ ਨੇ। ਮੰਤਰੀ ਮੰਡਲ ਦੇ ਵਿੱਚ ਜਿਹੜਾ ਇਹ ਅਹੁਦਾ ਵੱਡਾ ਬਦਲਾਅ ਦੇਖਿਆ ਜਾ ਰਿਹਾ ਹੈ, ਜਿਸ ਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਸੀ ਕਿ ਡਿਪਟੀ ਜਿਹੜੇ PM ਹੈ ਉਹ ਤਾਂ ਪਹਿਲਾਂ ਹੀ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਟਰੂਡੋ ਨੇ ਕਹਿ ਦਿੱਤਾ ਸੀਗਾ ਵੀ ਕ੍ਰਿਸਟੀਆ ਫਰੀਲੈਂਡ ਰਹਿਣਗੇ ਉਹੀ ਨੇ। ਔਰ ਇਸ ਤੋਂ ਇਲਾਵਾ ਵੱਡਾ ਬਦਲਾਅ ਇਮੀਗ੍ਰੇਸ਼ਨ ਮੰਤਰਾਲੇ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਜਿਹੜੇ ਨੇ ਉਹ ਬਦਲ ਦਿੱਤੇ ਗਏ ਨੇ। ਹੁਣ ਜਿਹੜੇ ਇਮੀਗ੍ਰੇਸ਼ਨ ਮੰਤਰੀ ਆਏ ਨੇ ਉਹ ਯੰਗ ਨੇ, ਕਾਫੀ ਸਾਰੀਆਂ ਚੁਣੌਤੀਆਂ ਉਹਨਾਂ ਦੇ ਮੂਹਰੇ ਨੇ ਕਿਉਂਕਿ ਬਹੁਤ ਸਾਰੇ ਇਮੀਗ੍ਰੇਸ਼ਨ ਦੇ ਅਜਿਹੇ ਮਸਲੇ ਨੇ ਜਿਹੜੇ ਰੁਕੇ ਹੋਏ ਨੇ ਤੇ ਖਾਸ ਕਰਕੇ ਜਿਹੜਾ ਬੈਕਲੌਗ ਹੈ ਉਹਨੂੰ ਭਰਨਾ ਇੱਕ ਨਵੇਂ ਮੰਤਰੀ ਦੇ ਅਹੁਦੇ ਤੇ ਆਉਣ ਲਈ ਇੱਕ ਵੱਡਾ ਚੈਲੰਜ ਬਣਿਆ ਜਾ ਰਿਹਾ ਹੈ। ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ MP ਸੁਖ ਧਾਲੀਵਾਲ ਜੀ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ, ਉਹਨਾਂ ਨਾਲ ਇਸ ਸੰਬੰਧੀ ਗੱਲਾਂ ਬਾਤਾਂ ਵੀ ਕਰਾਂਗੇ ਔਰ ਨਾਲ ਹੀ ਗੱਲ ਕਰਾਂਗੇ ਕਿ ਇਮੀਗ੍ਰੇਸ਼ਨ ਦੇ ਜਿਹੜੇ ਚੈਲੰਜਸ ਨੇ ਉਹ ਕਿਵੇਂ ਪੂਰੇ ਹੋਣਗੇ। ਜਿਹੜੇ ਦਰਸ਼ਕ ਇਹਨਾਂ ਸਾਰੇ ਮਾਮਲਿਆਂ ਸੰਬੰਧੀ ਕੋਈ ਵੀ ਗੱਲ ਕਰਨਾ ਚਾਹੁੰਦੇ ਨੇ ਸੁਖ ਧਾਲੀਵਾਲ ਜੀ ਨਾਲ ਉਹ ਕਾਲ ਕਰ ਸਕਦੇ ਨੇ, ਤੇ ਜਿਹੜੇ ਫੇਸਬੁੱਕ ਤੇ ਜੁੜਨਾ ਚਾਹੁੰਦੇ ਨੇ ਉਹ ਫੇਸਬੁੱਕ ਤੇ ਆਪਣਾ ਕੋਈ ਵੀ ਮੈਸੇਜ ਜਿਹੜਾ ਉਹ ਭੇਜ ਸਕਦੇ ਨੇ। ਨਾਲ ਦੀ ਨਾਲ ਜਿਹੜੇ ਮੈਸੇਜ ਹੈ ਉਹ ਪੜ੍ਹੇ ਜਾਣਗੇ। ਸੋ ਕਾਲਰਸ ਦੀ ਕਾਲਸ ਅਟੈਂਡ ਕਰਾਂਗੇ। ਥੋੜੀ ਤਕਨੀਕੀ ਦਿੱਕਤ ਦੇ ਕਰਕੇ ਜਿਹੜਾ ਅਸੀਂ ਪਰਸੋਂ ਸ਼ੋਅ ਕਰ ਰਹੇ ਸੀ ਉਹਦੇ ਵਿੱਚ ਆਵਾਜ਼ ਨਹੀਂ ਆ ਪਾ ਰਹੀ ਸੀ, ਪਰ ਅੱਜ ਕਾਲ ਕਰਿਓ, ਨਾਲ ਦੀ ਨਾਲ ਸਵਾਲ ਲਵਾਂਗੇ। ਉਮੀਦ ਕਰਦੇ ਹਾਂ ਕਿ ਜਿਹੜੀ ਆਵਾਜ਼ ਹੈ ਤੁਹਾਡੀ ਮੇਰੇ ਤੱਕ ਪਹੁੰਚ ਸਕੇ, ਸਾਰੇ ਸਵਾਲਾਂ ਦੇ ਜਵਾਬ ਜਿਹੜੇ ਆਪਾਂ ਲੈ ਸਕੀਏ। ਸੋ ਸੁਖ ਧਾਲੀਵਾਲ ਜੀ ਜੁੜੇ ਹੋਏ ਨੇ। ਸੁਖ ਧਾਲੀਵਾਲ ਜੀ ਬਹੁਤ ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਧੰਨਵਾਦ ਸ਼ਾਹ ਜੀ, ਮੇਰੇ ਵੱਲੋਂ ਤੁਹਾਨੂੰ ਔਰ ਮਾਰਨਿੰਗ ਸ਼ੋਅ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਤੇ ਬਹੁਤ ਸਤਿਕਾਰ ਜੀ। ਬਿਲਕੁਲ ਸੁਖ ਧਾਲੀਵਾਲ ਜੀ, ਬਾਹਰ ਬਹੁਤ ਠੰਡ ਹੈ, ਸਿਆਸੀ ਫਿਜ਼ਾ ਕਾਫੀ ਗਰਮਾਈ ਪਈ ਹੈ। ਦੇਖੋ ਸਿਆਸਤ ਹਮੇਸ਼ਾ ਜਿਹੜੀ ਹੈਗੀ ਆ ਉਹ ਐਕਟਿਵ ਰਹਿੰਦੀ ਹੈ, ਇਟਸ ਨੈਵਰ ਡਲ, ਕਿਉਂਕਿ ਸਰਕਾਰ ਨੇ ਜਿਹੜਾ ਹੈ ਉਹ ਆਪਦਾ ਮੈਂਡੇਟ ਲੋਕਾਂ ਨੇ ਦਿੱਤਾ ਉਹ ਪੂਰਾ ਕਰਨਾ ਹੁੰਦਾ, ਔਰ ਅਪੋਜੀਸ਼ਨ ਜਿਹੜੀ ਹੁੰਦੀ ਆ ਉਹਨਾਂ ਨੇ ਨੁਕਤਾਚੀਨੀ ਜਿਹੜੀ ਆ ਉਹ ਕਰਨੀ ਹੁੰਦੀ ਹੈ ਕਿਉਂਕਿ ਉਹਨਾਂ ਦਾ ਕੰਮ ਆ। ਸੋ ਇਸ ਕਰਕੇ ਜਿਹੜੇ ਕੋਈ ਨਾ ਕੋਈ ਜਿਹੜੀ ਚੀਜ਼ ਹੈਗੀ ਆ ਉਹ ਚੱਲਦੀ ਰਹਿੰਦੀ ਆ। ਪਰ ਇਟਸ ਵੈਰੀ ਇੰਟਰਸਟਿੰਗ ਟੂ ਸੀ ਕਿ ਜਦੋਂ ਆਪਾਂ ਗਰਮਾ ਗਰਮੀ ਦੀ ਗੱਲ ਕਰਦੇ ਹੈਗੇ ਆ ਕਿ ਅਪੋਜੀਸ਼ਨ ਪਾਰਟੀ ਦਾ ਜਿਹੜਾ ਰਿਸਪੌਂਸ ਹੈਗਾ ਉਹ ਬੜਾ ਰਿਡਿਕੂਲਸ ਕਈ ਵਾਰ ਦੇਖਣ 'ਚ ਪਾਇਆ ਜਾਂਦਾ ਔਰ ਬੜਾ ਝੂਠ ਜਿਹੜਾ ਵਾ ਉਹ ਪਾਇਆ ਜਾਂਦਾ। ਬਿਲਕੁਲ, ਇਸ ਬਾਬਤ ਹੀ ਆਪਾਂ ਬਹੁਤ ਸਾਰੀਆਂ ਗੱਲਾਂ ਅੱਜ ਕਰਨੀਆਂ ਨੇ। ਸਭ ਤੋਂ ਪਹਿਲਾਂ ਤਾਂ ਕੰਗ੍ਰੈਚੁਲੇਸ਼ਨਸ, ਬਹੁਤ ਮੁਬਾਰਕਾਂ, ਕੈਬਨਿਟ ਦਾ ਜਿਹੜਾ ਵਿਸਥਾਰ ਹੈ ਉਹ ਹੋ ਚੁੱਕਿਆ ਔਰ ਬਹੁਤ ਸਾਰੇ ਜਿਹੜੇ ਉਲਟਫੇਰ ਦੇਖਣ ਨੂੰ ਵੀ ਮਿਲੇ ਨੇ। ਕੀ ਕਹਿਣਾ ਚਾਹੋਗੇ ਮੰਤਰੀ ਮੰਡਲ ਦੇ ਵਿਸਥਾਰ ਦੇ ਉੱਤੇ? ਦੇਖੋ, ਸਾਨੂੰ ਪਹਿਲਾਂ ਤਾਂ ਇਹ ਵੀ ਇਹ ਪ੍ਰਧਾਨ ਮੰਤਰੀ ਲਈ ਬਹੁਤ ਔਖਾ ਕੰਮ ਹੁੰਦਾ ਹੈਗਾ ਕਿਉਂਕਿ ਜਦੋਂ ਅਸੀਂ ਕੈਨੇਡਾ ਨੂੰ ਦੇਖਦੇ ਹੈਗੇ ਆ, ਇਹ ਇੱਕ ਬੜੀ ਡਾਈਵਰਸ ਪਹਿਲਾਂ ਨੇਸ਼ਨ ਹੈਗੀ ਆ ਔਰ ਇਹਦੇ ਵਿੱਚ ਬਹੁਤ ਸਾਰੇ ਰੀਜਨਸ ਹੈਗੇ ਆ, ਸੂਬੇ ਹੈਗੇ ਆ, ਠੀਕ ਹੈ ਜੀ। ਉਸ ਤੋਂ ਫਿਰ ਉਸਨੇ 50% ਜਿਹੜੀਆਂ ਹੈਗੀਆਂ ਨੇ ਉਹ ਮੇਕ ਸ਼ੋਰ ਕਰਨਾ ਕਿ ਜਿਹੜੇ ਫੀਮੇਲ ਮੈਂਬਰਸ ਨੇ ਕੈਬਨਿਟ ਦੇ ਵਿੱਚ ਪਹਿਲਾਂ ਉਹ ਲਏ ਜਾਣ, ਤੇ ਉਸ ਤੋਂ ਬਾਅਦ ਜਿਹੜਾ ਹੈ ਉਹਨੇ ਦੇਖਣਾ ਹੁੰਦਾ ਕਿ ਵੀ ਕਿਸ ਤਰੀਕੇ ਨਾਲ ਕਿਹੜੇ ਕਿਹੜੇ ਰੀਜਨ ਦੇ ਵਿੱਚ ਕਿੰਨੀਆਂ ਕਿੰਨੀਆਂ ਮਿਨਿਸਟਰੀ ਜਿਹੜੀਆਂ ਨੇ ਉਹ ਦੇਣੀਆਂ ਨੇ ਔਰ ਉਹਦੇ ਵਿੱਚ ਉਹ ਕਿਸ ਤਰੀਕੇ ਨਾਲ ਉਹਨਾਂ ਨੇ ਬੈਲੈਂਸ ਰੱਖਣਾ। ਇਹ ਕੋਈ ਸੌਖੀ ਗੱਲ ਨਹੀਂ, ਇਹ ਬੜੀ ਔਖੀ ਹੁੰਦੀ, ਪਰ ਜਦੋਂ ਓਵਰਆਲ ਦੇਖਦੇ ਹੈਗੇ ਆ ਕੈਬਨਿਟ ਤਾਂ ਬੜੀ ਵਧੀਆ ਕੈਬਨਿਟ ਜਿਹੜੀ ਆ ਉਹ ਉਹਨਾਂ ਨੇ ਸਿੱਧੀ ਹੈਗੀ ਕਿਉਂਕਿ ਮੋਸਟਲੀ ਜਿਹੜੇ ਨੇ ਉਹ ਪੁਰਾਣੇ ਚਿਹਰੇ ਹੈਗੇ ਆ। ਤਕਰੀਬਨ 30 ਤੋਂ ਉੱਤੇ ਜਿਹੜੇ ਚਿਹਰੇ ਨੇ ਉਹਦੇ ਵਿੱਚ ਉਹ ਪੁਰਾਣੇ ਹੈਗੇ ਆ ਔਰ ਉਹਦੇ ਵਿੱਚ ਤੁਹਾਨੂੰ ਵੀ ਪਤਾ ਕਿ 3 ਵੂਮਨ ਮਿਨਿਸਟਰ ਜਿਹੜੇ ਸੀ ਉਹ ਲੂਜ਼ ਕਰ ਗਏ ਸੀ। ਚੌਥੀ ਜਿਹੜੀ ਸੀਗੀ ਇੱਕ ਉਹ ਮਿਨਿਸਟਰ ਜਿਹੜੀ ਸੀਗੀ ਉਹ ਛੱਡ ਗਏ ਸੀ ਔਰ 5ਵੇਂ ਜਿਹੜੇ ਹੈਗੇ ਆ ਬਰਦੀਸ਼ ਚੱਗਰ, ਇਹ ਨਹੀਂ ਪਤਾ ਕਿ ਉਹਨਾਂ ਦਾ ਫਿਊਚਰ ਬਾਰੇ ਪ੍ਰਾਈਮ ਮਿਨਿਸਟਰ ਦਾ ਕੀ ਪਲਾਨ ਹੈਗਾ। ਸਭ ਤੋਂ ਵੱਡੀ ਗੱਲ ਹੈ ਜੈਂਡਰ ਇਕੁਐਲਿਟੀ ਦਾ ਕਾਫੀ ਹੱਦ ਤੱਕ ਜਿਹੜਾ ਇਸ ਵਾਰ ਖਿਆਲ ਰੱਖਿਆ ਗਿਆ ਵੱਡੇ ਅਹੁਦਿਆਂ ਦੇ ਪਹਿਲੇ ਦਿਨ ਤੋਂ ਉਹ ਪੂਰਾ ਹੀ ਆ। ਸੋ ਇਹ ਤਾਂ ਸੀ ਵਿਮਨ ਪਾਰਟ ਆਫ ਦਾ ਥਿੰਗ। ਜਦੋਂ ਆਪਣੇ ਮੇਲ ਮੈਂਬਰ ਦੀ ਗੱਲ ਕਰਦੇ ਆ ਤਾਂ ਹੋਰ ਵੀ ਵੱਡਾ ਚੈਲੰਜ ਉਹਨਾਂ ਲਈ ਕਿਉਂਕਿ ਅਲਬਰਟਾ ਤੋਂ ਜਿਹੜਾ ਸੀਗਾ ਉਹ 2 ਮੇਲ ਹੀ ਜਿੱਤੇ ਸੀਗੇ
ਮੈਨੀਟੋਬਾ ਤੋਂ ਵੀ ਜਿਹੜੇ ਸੀ ਉਹ ਮੇਲ ਮੈਂਬਰ ਜੀ ਜਿੱਤੇ ਸੀ, PEI ਤੋਂ ਵੀ ਜਿਹੜੇ ਨੇ ਸੋ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਕਈ ਜਗ੍ਹਾ ਤੋਂ ਮੇਲ ਮੈਂਬਰ ਉਹ ਜਿਹੜਾ ਵਾ ਉਹਨਾਂ ਨੂੰ ਗਠਨ ਕਰਨਾ ਬੜਾ ਔਖਾ, ਕਿਉਂਕਿ ਹੁਣ ਅਲਬਰਟਾ ਤੋਂ ਜਿਹੜੀ ਸੀ ਰਿਪਰੈਜ਼ੈਂਟੇਸ਼ਨ ਲੈਣੀ ਬੜੀ ਜ਼ਰੂਰੀ ਸੀਗੀ। ਉਹ ਰਿਪਰੈਜ਼ੈਂਟੇਸ਼ਨ ਲੈਣ ਲਈ ਜਿਹੜਾ ਸੀਗਾ ਉਹਨਾਂ ਨੂੰ ਜਿਹੜਾ ਸੀਗਾ ਉਹ ਮਾਰਕ ਕਰਨੋ ਜਿਹੜੇ ਸੀਗੇ ਉਹਨਾਂ ਨੂੰ ਜਿਹੜੀ ਕੈਬਨਿਟ ਤੋਂ ਰਿਟਾਇਰ ਕਰਨਾ ਪਿਆ। ਦੇਖਦੇ ਹਾਂ ਕਿ ਪ੍ਰਾਈਮ ਮਿਨਿਸਟਰ ਉਹਨਾਂ ਦਾ ਉਹਨਾਂ ਪ੍ਰਤੀ ਜਿਹੜਾ ਹੈਗਾ ਉਹਨਾਂ ਨੂੰ ਕਿਹੋ ਜਿਹਾ ਰੋਲ ਉਹ ਦੇਣਾ ਚਾਹੁੰਦੇ ਹੈਗੇ। ਸੋ ਇਹ ਬੜੀ ਔਖੀ ਉਹਨਾਂ ਲਈ ਜਿਹੜੀ ਸੀਗੀ ਚੁਣੌਤੀ ਸੀਗੀ, ਪਰ ਉਹਨਾਂ ਨੇ ਬੜੇ ਵਧੀਆ ਢੰਗ ਦੇ ਨਾਲ ਜਿਹੜੀ ਆ ਇਹ ਸਾਰਾ ਕੁਝ ਜਿਹੜਾ ਉਹ ਹੈਂਡਲ ਕੀਤਾ। ਔਰ ਜਦੋਂ BC ਦੀ ਗੱਲ ਕਰਦੇ ਆ ਤੇ BC ਦੇ ਵਿੱਚ ਕੋਈ ਰੱਦੋ ਬਦਲ ਨਹੀਂ ਹੋਈ। ਉਹ 4 ਮਿਨਿਸਟਰ ਪਹਿਲਾਂ ਸੀਗੇ, 4 ਦੇ 4 ਹੀ ਹੁਣ ਹੈਗੇ ਆ। BC ਜਿਹੜੀ ਹੈਗੀ ਆ ਉਹਨੂੰ ਪ੍ਰੋਪਰ ਜਿਹੜੀ ਹੈਗੀ ਆ ਉਹ ਰਿਪਰੈਜ਼ੈਂਟੇਸ਼ਨ ਜਿਹੜੀ ਹੈਗੀ ਆ ਉਹ ਕੈਬਨਿਟ ਟੇਬਲ ਤੇ ਉਹਨਾਂ ਨੇ ਦਿੱਤੀ ਹੈਗੀ। ਜੀ ਸੋ ਧਾਲੀਵਾਲ ਜੀ, ਅਨੀਤਾ ਆਨੰਦ ਨੂੰ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਸੌਂਪੀ ਗਈ ਹੈ ਰੱਖਿਆ ਮੰਤਰਾਲੇ ਦੀ, ਔਰ ਉਹਨਾਂ ਨੇ ਕਿਹਾ ਵੀ ਹੈ ਕਿ ਜਿਹੜੀਆਂ ਇਹਦੇ ਵਿੱਚ ਕਮੀਆਂ ਪੇਸ਼ੀਆਂ ਪਾਈਆਂ ਜਾ ਰਹੀਆਂ ਸੀ ਉਹ ਤਨਦੇਹੀ ਦੇ ਨਾਲ ਇਹਨਾਂ ਨੂੰ ਨਿਭਾਉਣਗੇ, ਔਰ ਜਿਹੜੇ ਇਹਦੇ ਵਿੱਚ ਪ੍ਰੋਬਲਮਸ ਚੱਲ ਰਹੀਆਂ ਨੇ ਉਹਨਾਂ ਨੂੰ ਸੋਲਵ ਵੀ ਕਾਫੀ ਹੱਦ ਤੱਕ ਕਰਨਗੇ। ਵੱਡੀ ਜ਼ਿੰਮੇਵਾਰੀ ਇਹ ਹੈਗੀ ਹੈ। ਸੋ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਦੇਖੋ, ਜਦੋਂ ਆਪਾਂ ਹਰਜੀਤ ਸੱਜਣ ਉਹਨਾਂ ਦੀ ਗੱਲ ਕਰਦੇ ਹਾਂ, ਕਿਉਂਕਿ ਉਹਨਾਂ ਨੇ ਵੀ ਆਪਦੇ ਵੱਲੋਂ ਪੂਰੇ ਜਿਹੜਾ ਸੀਗਾ ਜ਼ੋਰ ਲਾਇਆ, ਕਿਉਂਕਿ ਜਦੋਂ ਤੁਸੀਂ ਉਸ ਸਿਚੁਏਸ਼ਨ 'ਚ ਬੈਠੇ ਨੇ, ਬਾਹਰੋਂ ਬੈਠਿਆ ਬੜਾ ਸੌਖਾ ਲੱਗਦਾ ਹੈਗਾ, ਪਰ ਜਦੋਂ ਉੱਥੇ ਬੈਠਦੇ ਹੈਗੇ ਆ ਤਾਂ ਇਹ ਐਡੀ ਸੌਖੀ ਗੱਲ ਨਹੀਂ, ਕਿਉਂਕਿ ਪਰਟੀਕੂਲਰਲੀ ਜਿਹੜੀ ਇਸਟੈਬਲਿਸ਼ਮੈਂਟ ਹੈਗੀ ਆ ਉਹਦੇ ਵਿੱਚ ਪੁਸ਼ਬੈਕ ਬਹੁਤ ਹੈਗਾ। ਪਰ ਹਰਜੀਤ ਸੱਜਣ ਉਹਨਾਂ ਨੇ ਬੀਇੰਗ ਜਿਹੜਾ ਸੀ ਮੰਤਰੀ, ਡਿਫੈਂਸ ਮੰਤਰੀ, ਬੜਾ ਵਧੀਆ ਕੰਮ ਕੀਤਾ, ਬੜਾ ਵਧੀਆ ਰੋਲ ਜਿਹੜਾ ਉਹਨਾਂ ਨੇ ਉਹ ਨਿਭਾਇਆ। ਤੇ ਪਰ ਹੁਣ ਕਿਉਂਕਿ ਦੇਖਦੇ ਸੀਗੇ, ਕਿਉਂਕਿ BC ਦੇ ਵਿੱਚ ਵੀ ਉਹਨਾਂ ਨੇ ਜਿਹੜਾ ਸੀ ਉਹ ਰੋਲ ਦੇਣਾ ਸੀਗਾ। ਉਹਦੇ ਵਿੱਚ ਪੈਸੀਫਿਕ ਹੈ ਨਾ, ਜਿਹੜੀ ਪੈਸੀਫਿਕ ਇਕਨੋਮਿਕ ਡਿਵੈਲਪਮੈਂਟ ਏਜੰਸੀ ਜਿਹੜੀ ਨਵੀਂ ਬਣੀ ਹੈਗੀ ਆ, ਜਿਹਦਾ ਤਕਰੀਬਨ 550 ਮਿਲੀਅਨ ਦਾ ਬਜਟ ਹੈਗਾ, ਉਹ ਵੀ ਉਹਨਾਂ ਨੇ ਕਿਸੇ ਨੂੰ ਸੋ ਉਹ ਇਸ ਵੇਲੇ ਜਿਹੜੀ ਆ ਉਹ ਹਰਜੀਤ ਉਹਨਾਂ ਨੂੰ ਜਿਹੜੀ ਆ ਉਹ ਦਿੱਤੀ ਗਈ। ਔਰ ਨਾਲ ਹੀ ਜਿਹੜਾ ਹੈਗਾ ਵਾ ਇੰਟਰਨੈਸ਼ਨਲ ਡਿਵੈਲਪਮੈਂਟ ਦਾ। ਤਾਂ ਜਦੋਂ ਅੱਜ ਆਪਾਂ ਦੇਖਦੇ ਅੱਜ ਦੇ ਸਮੇਂ ਇੰਟਰਨੈਸ਼ਨਲ ਡਿਵੈਲਪਮੈਂਟ ਦੀ ਵੀ ਬੜੀ ਲੋੜ, ਕਿਉਂਕਿ ਹਰੇਕ ਦੁਨੀਆ ਦੇ ਕੋਨੇ ਦੇ ਵਿੱਚ ਕਿਤੇ ਨਾ ਕਿਤੇ ਕੋਈ ਭੁੱਖਮਰੀ ਪਈ ਆ, ਕੋਈ ਆਪਸ ਵਿੱਚ ਜਿਹੜਾ ਕੌਨਫਲਿਕਟ ਚੱਲ ਰਹੇ ਨੇ। ਸੋ ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਜਿਹੜੀ ਆ ਇਹ ਵੀ ਇੱਕ ਬਹੁਤ ਮਹੱਤਵਪੂਰਨ ਜਿਹੜਾ ਹੈਗਾ ਕੰਮ ਹੈਗਾ ਜਿਹੜਾ ਹਰਜੀਤ ਸੱਜਣ ਉਹਨਾਂ ਨੂੰ ਸੌਂਪਿਆ ਹੈਗਾ। ਸੁਖ ਧਾਲੀਵਾਲ ਜੀ, ਕੀ ਲੱਗਦਾ ਤੁਹਾਨੂੰ, ਹਰਜੀਤ ਸੱਜਣ ਨੂੰ ਬੇਸ਼ੱਕ ਕੋਈ ਦੂਜੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ, ਪਰ ਜਿਹੜਾ ਉਹਦਾ ਉਹਨਾਂ ਤੋਂ ਜਿਹੜਾ ਮੰਤਰਾਲਾ ਉਹਨਾਂ ਤੋਂ ਖੁੱਸ ਚੁੱਕਿਆ, ਜਿਹੜਾ ਜਾ ਚੁੱਕਿਆ, ਜਿਸ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪੀ ਗਈ ਹੈ, ਹਰਜੀਤ ਸੱਜਣ ਵਾਸਤੇ ਕੀ ਮੰਨਿਆ ਜਾਏ? ਪ੍ਰਮੋਸ਼ਨ ਮੰਨਿਆ ਜਾਏ ਜਾਂ ਡਿਮੋਸ਼ਨ? ਦੇਖੋ, there is no such thing as promotion or demotion in the cabinet, ਕਿਉਂਕਿ ਪ੍ਰਧਾਨ ਮੰਤਰੀ ਨੇ ਡਿਫਰੈਂਟ ਰੋਲ ਜਿਹੜੇ ਨੇ ਉਹ ਦੇਣੇ ਹੁੰਦੇ ਹੈਗੇ, ਠੀਕ ਹੈ ਨਾ। ਉਹ ਸਮੇਂ ਮੁਤਾਬਕ ਚੇਂਜ ਹੁੰਦੇ ਰਹਿੰਦੇ ਆ। ਤਾਂ ਇਹਦਾ ਪਿਛਲੇ ਹੁਣ ਅਸੀਂ 6 ਸਾਲ ਜਿਹੜਾ ਹੈਗਾ ਉਹ ਬੜਾ ਲੰਮਾ ਸਮਾਂ ਉਹਨਾਂ ਨੇ ਰੱਖਿਆ ਮੰਤਰੀ ਦੀ ਜਿਹੜੀ ਹੈਗੀ ਆ ਉਹ ਅਹੁਦਾ ਸੰਭਾਲਿਆ। ਕਈ ਵਾਰ ਇਹ ਵੀ ਹੁੰਦਾ ਕਿ ਉਹ ਪ੍ਰਾਈਮ ਮਿਨਿਸਟਰ ਨੂੰ ਵੀ ਹੁੰਦਾ ਕਿ ਉਹ ਵੀ ਚੇਂਜ ਚਾਹੁੰਦੇ ਆ, ਠੀਕ ਹੈ ਨਾ। ਔਰ ਮੰਤਰੀ ਵੀ ਜਿਹੜੇ ਆ ਉਹ ਵੀ ਚਾਹੁੰਦੇ ਹੁੰਦੇ ਆ ਵੀ ਸਾਨੂੰ ਚੇਂਜ ਮਿਲੇ। ਹੁਣ ਇਮੀਗ੍ਰੇਸ਼ਨ ਮੰਤਰੀ ਲਾ ਲਈਏ, ਪਿਛਲੇ 6 ਸਾਲਾਂ 'ਚ ਇਹ ਚੌਥੇ ਇਮੀਗ੍ਰੇਸ਼ਨ ਮੰਤਰੀ ਆ, ਠੀਕ ਹੈ ਨਾ। ਬਿਲਕੁਲ। ਪਹਿਲਾਂ ਜੌਨ ਮਕੱਲਮ ਆਏ, ਫਿਰ ਆਮਦ ਹਸੈਨ ਆਏ, ਫਿਰ ਮਾਰਕੋ ਮੈਂਡੀਚੀਨੋ ਆਏ, ਹੁਣ ਸ਼ੌਨ ਫਰੇਜ਼ਰ ਜਿਹੜਾ ਹੈਗੇ ਉਹ ਆਏ। ਸੋ ਇੱਕ ਮੰਤਰੀ ਦੇ ਵਿੱਚ ਦੇਖੋ ਤੁਸੀਂ 4 ਹੈਰੀਟੇਜ ਮੰਤਰੀ ਦੀ ਗੱਲ ਦੇਖੋ ਕਿੰਨੇ ਜਿਹੜੇ ਨੇ ਬਦਲੇ ਆ। ਉਸੇ ਤਰ੍ਹਾਂ ਹੀ ਤੁਸੀਂ ਚਾਹੇ ਉਹ ਪਬਲਿਕ ਸੇਫਟੀ ਦੀ। ਸੋ ਇਹ ਜਿਹੜੀ ਚੀਜ਼ ਹੈ ਨਾ, ਇਹ ਬਦਲਾਅ ਜਿਹੜਾ ਹੁੰਦਾ ਇਹ ਆਉਂਦਾ ਰਹਿੰਦਾ। ਇਹਦੇ ਵਿੱਚ ਕੋਈ ਚੀਜ਼ ਇਹ ਨਹੀਂ ਗੀ ਵੀ ਆਹ ਮੰਤਰਾਲਾ ਜਿਹੜਾ ਵਾ ਉਹਦੇ ਵਿੱਚ ਚਲੇ ਗਿਆ ਤਾਂ ਡਿਮੋਸ਼ਨ ਆ, ਇਹ ਚਲੇ ਗਿਆ ਤਾਂ ਪ੍ਰਮੋਸ਼ਨ ਆ। ਕੋਈ there is no such thing as promotion or demotion। ਇਹ ਹੁੰਦਾ ਪ੍ਰਾਈਮ ਮਿਨਿਸਟਰ ਨੇ ਵੀ ਕਿਹੜਾ ਰੋਲ ਕਿਹਨੂੰ ਦੇਣਾ ਔਰ ਕਿਹੜਾ ਉਹਦੇ ਵਿੱਚ ਬੈਸਟ ਜਿਹੜਾ ਹੈਗਾ ਉਹ ਫਿੱਟ ਹੋ ਸਕਦਾ, ਉਹਦੇ ਵਿੱਚ ਉਹਨਾਂ ਨੇ ਔਰ ਜਿਹੜਾ ਹੈਗਾ ਉਹਨਾਂ ਨੂੰ ਦਿੱਤਾ ਹੈਗਾ। ਤੇ ਮੈਨੂੰ ਲੱਗਦਾ ਵਾ ਵੀ ਕੋਈ ਇਹਦੇ ਵਿੱਚ ਉਹਨਾਂ ਨੂੰ ਡਿਮੋਸ਼ਨ ਵਾਲੀ ਗੱਲ ਜਿਹੜੀ ਆ ਉਹ ਨਹੀਂ ਕਹੀ ਜਾ ਸਕਦੀ। ਜਗਮੀਤ ਸਿੰਘ ਕਮੈਂਟ ਕਰਦੇ ਨੇ। ਜਗਮੀਤ ਸਿੰਘ ਕਹਿੰਦੇ ਨੇ ਕਿ ਜਿਸ ਤਰ੍ਹਾਂ ਦੇ ਇਲਜ਼ਾਮ ਲੱਗੇ ਸੀਗੇ ਹਰਜੀਤ ਸੱਜਣ ਦੇ ਉੱਤੇ, ਜਿਹੜੇ ਮਾਮਲੇ ਉਹ ਹੈਂਡਲ ਨਹੀਂ ਕਰ ਪਾਏ, ਅਜਿਹੇ ਦੇ ਵਿੱਚ ਤਾਂ ਉਹਨਾਂ ਨੂੰ ਕੋਈ ਮੰਤਰਾਲਾ ਨਹੀਂ ਦੇਣਾ ਚਾਹੀਦਾ ਸੀਗਾ, ਬਲਕਿ ਮੰਤਰੀ ਮੰਡਲ ਤੋਂ ਬਾਹਰ ਰੱਖਣਾ ਚਾਹੀਦਾ ਸੀਗਾ। ਪਰ ਸ਼ਫਲ ਕਰ ਦੇਣਾ, ਉਹਨਾਂ ਨੂੰ ਕੋਈ ਹੋਰ ਮੰਤਰਾਲਾ ਦੇ ਦੇਣਾ, ਇਹ ਸਹੀ ਫੈਸਲਾ ਨਹੀਂ ਹੈ। ਦੇਖੋ, ਜੇ ਜਗਮੀਤ ਸਿੰਘ ਇਸ ਪੋਜੀਸ਼ਨ 'ਚ ਹੁੰਦੇ ਫਿਰ ਦੇਖਦੇ ਵੀ ਉਹ, ਕਿਉਂਕਿ ਉਹਨਾਂ ਨੂੰ ਇਹ ਮੌਕਾ ਨਹੀਂ ਮਿਲਿਆ, ਠੀਕ ਹੈ ਨਾ। ਦੂਸਰੀ ਗੱਲ ਇਹ ਹੈਗੀ ਆ ਕਿ ਡਾਈਵਰਸਿਟੀ ਦੀ ਗੱਲ ਕਰਦੇ ਆ, ਠੀਕ ਹੈ ਨਾ। ਬੜੀ ਡਾਈਵਰਸ ਕੈਬਨਿਟ ਹੈਗੀ ਆ ਜਿਹੜੀ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਨੇ ਡਿਸੀਜਨ ਜਦੋਂ ਪਰ ਆਪਾਂ ਹਰਜੀਤ ਸੱਜਣ ਉਹਨਾਂ ਦੀ ਗੱਲ ਕਰਦੇ ਹੈਗੇ ਆ, ਉਹਦੇ ਵਿੱਚ ਤੁਸੀਂ ਜਗਮੀਤ ਸਿੰਘ ਆਪ ਨੇ ਆਪ ਬੀਇੰਗ ਜਿਹੜੇ ਸੀਗੇ
ਉਹ ਇੱਕ ਮਿਨੋਰਿਟੀ ਦੇ ਵਿੱਚ ਪੈਦਾ ਹੋਣੇ, ਉਹਨਾਂ ਨੂੰ ਨਹੀਂ ਪੁਸ਼ਬੈਕ ਮਿਲੀ, ਹਰੇਕ ਜਿਹੜੀ ਥਾਂ ਤੇ ਉਹਨਾਂ ਨੂੰ ਪੁਸ਼ਬੈਕ ਜਿਹੜੀ ਆ ਉਹ ਮਿਲੀ ਹੋਗੀ। ਇਸੇ ਤਰ੍ਹਾਂ ਹਰਜੀਤ ਸੱਜਣ ਵੀ ਜਿਹੜੇ ਨੇ ਉਹਨਾਂ ਨੂੰ ਉਹਦੇ ਬਾਵਜੂਦ ਕਿ ਇੰਨੀ ਪੁਸ਼ਬੈਕ ਜਿਹੜੀ ਆ ਉਹ ਮਿਲੀ ਹੋਵੇ, ਉਹਨਾਂ ਨੇ ਹਰ ਚੀਜ਼ ਜਿਹੜੀ ਹੈ, ਕਿਉਂਕਿ ਮੈਨੂੰ ਹਰਜੀਤ ਸੱਜਣ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਮੈਂ ਦੇਖਿਆ, ਇਹਨਾਂ ਦੀ ਇੱਕ ਚੀਜ਼ ਵਾ ਮੈਂ ਜਿਹੜੀ ਬਿਲਕੁਲ ਖਾਸੀਅਤ ਕਰਕੇ ਮੈਂ ਇਹਨਾਂ ਦਾ ਜਿਹੜਾ ਹੈ ਉਹ ਇਹਨਾਂ ਨੂੰ ਪਿਆਰ ਕਰਦਾ ਔਰ ਲਾਈਕ ਕਰਦਾ ਇਹਨਾਂ ਨੂੰ, ਉਹਦੇ ਵਿੱਚ ਇਹ ਹੈ ਕਿ ਇੱਕ ਇਹ ਝੂਠ ਨਹੀਂ ਬੋਲਦਾ, ਇਹਦਾ ਜੋ ਗੱਲ ਹੈਗੀ ਆ, ਜੇ ਇਹਨਾਂ ਨੇ ਕਹਿਤਾ ਵੀ ਮੈਂ ਆ ਕਰਨਾ ਤੇ ਉਹ ਤੁਹਾਡੇ ਨਾਲ ਖੜੇ ਨੇ। ਮੈਨੂੰ 2-3 ਇਸ਼ੂਜ਼ ਆਏ ਕਮਿਊਨਿਟੀ ਦੇ, ਅੱਜ ਆਪਾਂ ਗੱਲ ਕਰ ਲੈਂਦੇ ਹਾਂ, ਠੀਕ ਹੈ ਨਾ। ਜਦੋਂ ਉਹ ਇਸ਼ੂ ਆਇਆ ਸੀਗਾ ਇੱਕ ਪਬਲਿਕ ਸੇਫਟੀ ਰਿਪੋਰਟ ਦਾ, ਉਦੋਂ ਮੈਂ ਦੇਖਿਆ ਕਿ ਉਦੋਂ ਸਾਨੂੰ ਲੋੜ ਸੀਗੀ ਵੀ ਸਾਡੇ ਨਾਲ ਕੌਣ ਖੜਦਾ ਹੈਗਾ। ਉਦੋਂ ਮੈਂ ਹਰਜੀਤ ਸੱਜਣ ਉਹਨਾਂ ਨਾਲ ਗੱਲ ਕੀਤੀ, ਉਦੋਂ ਜਿਹੜੇ ਸੀਗੇ ਉਹ ਕਹਿੰਦੇ ਵੀ ਅਸੀਂ ਜਿਹੜੇ ਹੈਗਾ ਮੈਂ ਤੁਹਾਡੇ ਨਾਲ ਖੜਾ, ਔਰ ਮੈਂ ਉਹਨਾਂ ਨੂੰ ਵੇਖਿਆ ਨਾਲ ਕੰਮ ਕਰਦਿਆਂ ਨੂੰ। ਔਰ ਦੂਸਰੀ ਗੱਲ ਇਹ ਹੈਗੀ ਹੈ ਕਿ ਮੈਂ ਦੂਸਰਾ ਮੌਕਾ ਉਹਨਾਂ ਨੂੰ ਐਕਚੁਅਲੀ ਮੈਂ 3 ਮੌਕਿਆਂ ਤੇ ਉਹਨੂੰ ਜਿਹੜਾ ਸੀ ਉਹ ਦੇਖਿਆ, ਤੀਜੇ ਤੋਂ ਪਹਿਲਾਂ ਹੀ ਮੈਂ ਉਹਨਾਂ ਦਾ ਜਿਹੜਾ ਸੀ ਉਹ ਪਾਸ਼ਕ ਹੋ ਚੁੱਕਿਆ ਸੀ। ਦੂਜੇ ਮੌਕੇ ਤੇ ਇਹ ਸੀਗਾ ਵੀ ਇੱਕ ਥਾਂ ਤੇ ਜਿਹੜਾ ਸੀ ਇੱਕਾ ਦੁੱਕਾ ਜਿਹੜੇ ਸੋ ਕਾਲਡ ਆਪਣੇ ਆਪ ਨੂੰ ਕਮਿਊਨਿਟੀ ਦੇ ਲੀਡਰ ਕਹਿੰਦੇ ਨੇ, ਉਹ ਕਹਿੰਦੇ ਸੀ ਕੋਈ ਮੀਟਿੰਗ ਹੋਣੀ, ਉਹਦੇ ਵਿੱਚ ਸੀਗਾ, ਉੱਥੇ ਵੀ ਜਿਹੜਾ ਸੀਗਾ ਇਸ਼ੂ ਜਿਹੜਾ ਸੀ ਆਇਆ ਕਮਿਊਨਿਟੀ ਬੇਸਡ, ਉੱਥੇ ਵੀ ਹਰਜੀਤ ਸੱਜਣ ਉਹਨਾਂ ਨੇ ਜਿਹੜਾ ਸੀਗਾ ਬੜਾ ਵਧੀਆ ਸਟੈਂਡ ਜਿਹੜਾ ਸੀਗਾ ਉਹ ਲਿਆ। ਔਰ ਤੀਸਰੀ ਜਿਹੜੀ ਸੀਗੀ ਉਹ ਇੰਟਰਨਲ ਸਾਡੀ ਪੋਲਿਟਿਕਸ ਮੈਂ ਦੇਖਦਾ ਸੀ। ਸੋ ਮੈਨੂੰ ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਜਦੋਂ ਮੈਂ ਹਰਜੀਤ ਸਿੰਘ ਉਹਨਾਂ ਦੀ ਸ਼ਖਸੀਅਤ ਨੂੰ ਦੇਖਦਾ ਤਾਂ ਇੱਕ ਉਹ ਵਧੀਆ ਸ਼ਖਸੀਅਤ ਆ, ਔਰ ਮੇਰੇ ਨਾਲ ਉਹਨਾਂ ਦਾ ਪਰਸਨਲ ਤੌਰ ਤੇ ਮੈਂ ਦੱਸਦਾ ਵੀ ਐਨੀ ਟਾਈਮ ਜਿਹਨੂੰ ਮੈਨੂੰ ਦੇਖਿਆ ਵੀ ਬੰਦੇ ਨੂੰ ਦੇਖਣਾ ਕਿ ਇੱਕ ਕਿਸ ਤਰ੍ਹਾਂ ਦਾ ਇਨਸਾਨ ਆ ਔਰ ਕਿਸ ਤਰ੍ਹਾਂ ਦਾ ਲੀਡਰ ਆ, ਉੱਥੇ ਉਹ ਹਮੇਸ਼ਾ ਜਿਹੜਾ ਵਾ ਉਹ ਪੂਰਾ ਉਤਰਦੇ ਰਹੇ ਜੀ। ਐਰੀਨ ਓਟੂਲ ਕਹਿੰਦੇ ਨੇ ਕਿ ਕੈਬਨਿਟ ਦੀ ਜਿਹੜੀ ਚੋਣ ਕੀਤੀ ਗਈ ਹੈ ਉਹ ਬਿਲਕੁਲ ਸਹੀ ਨਹੀਂ ਕੀਤੀ ਗਈ, ਨਵੀਂ ਕੈਬਨਿਟ ਤੋਂ ਕੋਈ ਉਮੀਦਾਂ ਨਹੀਂ ਹੈ। ਜਸਟਿਨ ਟਰੂਡੋ ਨੇ ਖਿਆਲ ਨਹੀਂ ਰੱਖਿਆ ਇਸ ਚੀਜ਼ ਦਾ। ਇਕਨੋਮਿਕ ਕ੍ਰਾਈਸਿਸ ਐਡਾ ਵੱਡਾ ਮੁੱਦਾ ਇਸ ਵੇਲੇ, ਹੋਰ ਬਹੁਤ ਸਾਰੇ ਕ੍ਰਾਈਸਿਸ ਨੇ ਜਿਨ੍ਹਾਂ ਨਾਲ ਨਜਿੱਠਣਾ ਜ਼ਰੂਰੀ ਸੀਗਾ, ਪਰ ਕੈਬਨਿਟ ਦੀ ਚੋਣ ਜਿਹੜੀ ਹੈ ਉਸ ਤੋਂ ਸੰਤੁਸ਼ਟ ਨਹੀਂ ਹੈ, ਕੋਈ ਕੰਮ ਨਹੀਂ ਕਰੇਗੀ ਕੈਬਨਿਟ। ਦੇਖੋ ਜਦੋਂ ਐਰਨ ਓਟੂਲ ਦੀ ਗੱਲ ਕਰਦੇ ਹੈਗੇ ਆ, ਇਹ ਟੋਟਲੀ ਰਿਡੀਕੂਲਸ ਤੇ ਝੂਠਾ ਬਿਆਨ ਉਹਨਾਂ ਦਾ, ਠੀਕ ਹੈ ਨੇ। ਨੰਬਰ 1 ਉਹਨਾਂ ਨੂੰ ਝਾਤ ਮਾਰ ਕੇ ਦੇਖਣੀ ਚਾਹੀਦੀ ਆ ਵੀ ਜੇ ਅੱਜ ਡਾਈਵਰਸਿਟੀ ਦੀ ਗੱਲ ਕਰਦੇ ਹੈਗੇ ਆ, ਉਹਨਾਂ ਦੀ ਜੇ ਅੱਜ ਉਹਨਾਂ ਨੇ ਕੈਬਨਿਟ ਬਣਾਉਣੀ ਹੁੰਦੀ, ਜਿਹੜੇ ਉਹਨਾਂ ਦੇ ਮੈਂਬਰ ਚੁਣੇ ਆ, ਤੁਸੀਂ ਮੈਨੂੰ ਇਹ ਦੱਸੋ ਵੀ ਉਹਦਾ ਚਿਹਰਾ ਕਿਹੋ ਜਿਹਾ ਹੋਣਾ ਸੀ ਉਸ ਕੈਬਨਿਟ ਦਾ। ਪਹਿਲੀ ਗੱਲ ਤਾਂ ਉਹ ਰੀਜਨਲੀ ਬੈਲੈਂਸ ਨਹੀਂ ਸੀ ਕਰ ਸਕਦੇ, ਕਿਉਂਕਿ ਕਈ ਥਾਵਾਂ ਤੋਂ ਉਹਨਾਂ ਨੂੰ ਪ੍ਰਾਪਤ ਹੀ ਨਹੀਂ ਹੋਈਆਂ ਸੀਟਾਂ। ਦੂਸਰੀ ਗੱਲ ਵਿਮਨ ਇਕੁਐਲਿਟੀ ਦੀ ਗੱਲ ਕਰ ਲਓ। ਤੀਸਰਾ ਜਿਹੜਾ ਮਿਨੋਰਿਟੀ ਸਿਚੁਏਸ਼ਨ ਜਿਹਦੇ ਵਿੱਚ ਡਾਈਵਰਸ ਕਮਿਊਨਿਟੀ, ਐਥਨਿਕ ਡਾਈਵਰਸ ਕਮਿਊਨਿਟੀਜ਼, ਤੇ ਉਹਨਾਂ ਦੇ ਐਮਪੀ ਦਾ ਦੇਖੋ ਬਈ ਕਿਹੋ ਜੀ ਉਹਨਾਂ ਦੀ ਮੇਕਅਪ ਹੈਗੀ ਉਹਨਾਂ ਦੀ। ਸੋ ਜਦੋਂ ਇਹ ਗੱਲ ਆਉਂਦੀ ਹੈਗੀ ਆ ਐਰਨ ਓਟੂਲ ਉਹਨਾਂ ਦੀ, ਇਹ ਬਿਲਕੁਲ ਜਿਹੜਾ ਹੈਗਾ ਇਹ ਰਿਡੀਕੂਲਸ ਹੈਗਾ। ਉਹਨਾਂ ਨੂੰ ਦੇਖਣਾ ਚਾਹੀਦਾ ਆਪਦੇ ਜਿਵੇਂ ਕਹਿੰਦੇ ਮੰਜੇ ਹੇਠਾਂ ਸੋਟਾ ਮਾਰ ਕੇ ਵੀ ਜੇ ਉਹਨਾਂ ਨੇ ਕੈਬਨਿਟ ਫਾਰਮ ਕਰਨੀ ਹੁੰਦੀ ਤਾਂ ਉਹਨਾਂ ਦਾ ਜਿਹੜੇ ਸੀ ਉਹ ਕਿਹੋ ਜਿਹਾ ਚਿਹਰਾ ਮੋਹਰਾ ਉਹਨਾਂ ਦੀ ਆਪਣੀ ਕੈਬਨਿਟ ਦਾ ਹੁੰਦਾ। ਪਰ ਜਦੋਂ ਇਹ ਦੇਖਦੇ ਆ, ਇਹਦੇ ਵਿੱਚ ਮੈਂ ਇਹ ਕਹਿ ਸਕਦਾ ਵੀ ਬੜੀ ਡਾਈਵਰਸ ਕੈਬਨਿਟ ਹੈਗੀ, 50% ਵਿਮਨ ਹੈਗੀਆਂ, ਔਰ ਉਹਦੇ ਵਿੱਚ ਜਿਹੜੀਆਂ ਮਿਨੋਰਿਟੀਜ਼ ਜਿਹੜੀਆਂ ਹੈਗੀਆਂ ਉਹਦੇ ਵਿੱਚ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਗਈ ਆ, ਚਾਹੇ ਉਹ ਹਰ ਵਰਗ ਦਾ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਉਹਨੂੰ ਉਹਦੇ ਵਿੱਚ ਜਿਹੜੀਆਂ ਨੇ ਉਹ ਇਨਕਾਰਪੋਰੇਟ ਕਰਕੇ ਬੜੀ ਡਾਈਵਰਸ ਜਿਹੜੀ ਹੈਗੀ ਆ ਕੈਬਨਿਟ ਜਿਹੜੀ ਆ ਉਹ ਉਹਨਾਂ ਨੇ ਫਾਰਮ ਕੀਤੀ ਜੀ। ਸੋ ਇਸ ਤੋਂ ਇਲਾਵਾ ਇੱਕ ਗੱਲ ਹੋਰ ਜਾਣਨੀ ਚਾਹਾਂਗੇ ਸੁਖ ਧਾਲੀਵਾਲ ਜੀ, ਹੁਣ ਜੇ ਅਹੁਦੇ ਸੌਂਪ ਦਿੱਤੇ ਗਏ ਨੇ ਤਾਂ ਨਵੀਆਂ ਫਾਈਲਾਂ ਆਲਰੇਡੀ ਅਸੀਂ ਸਾਰੇ ਜਾਣਦੇ ਹਾਂ ਵੀ ਨੋ ਡਾਊਟ ਕ੍ਰਾਈਸਿਸ ਤਾਂ ਸਾਡੇ ਆਲੇ ਦੁਆਲੇ ਹੈਗਾ ਹੀ ਆ, ਬਹੁਤ ਵੱਡਾ ਕ੍ਰਾਈਸਿਸ ਹੈ। ਇਕਨੋਮਿਕਲੀ ਕੰਡੀਸ਼ਨ ਜਿਸ ਤਰੀਕੇ ਨਾਲ ਆਈ ਪਈ ਆ ਉਹਨੂੰ ਭਰਨਾ, ਜੌਬਸ ਨਹੀਂ ਹੈਗੀਆਂ, ਕੋਵਿਡ, ਤਰ੍ਹਾਂ ਦੇ ਵਾਇਰਸ ਔਰ ਫਲੂ ਆਣੇ, ਮਤਲਬ ਇਹ ਬਹੁਤ ਤਰ੍ਹਾਂ ਦੇ ਚੈਲੰਜਸ ਇਸ ਵੇਲੇ ਹੈਗੇ ਨੇ ਜਿਹੜੇ ਸਾਡੇ ਅੱਗੇ ਮੂੰਹ ਅੱਡੀ ਫਿਰਦੇ ਨੇ। ਅਜਿਹੇ ਦੇ ਵਿੱਚ ਨਵੇਂ ਮੰਤਰੀ ਆ ਜਾਣਾ, ਨਵੇਂ ਤਰੀਕੇ ਨਾਲ ਉਹ ਰਿਵਿਊ ਕਰਨਗੇ, ਨਵੇਂ ਤਰੀਕੇ ਨਾਲ ਫਾਈਲਾਂ ਸੌਂਪੀਆਂ ਜਾਣਗੀਆਂ। ਸੋ ਉਹਨਾਂ ਲਈ ਵੀ ਉਸ ਕੰਮ ਨੂੰ ਫਿਰ ਤੋਂ ਇੱਕ ਵਾਰੀ ਇਹ ਤੋਂ ਸ਼ੁਰੂ ਕਰਨਾ ਪੈਣਾ, ਸਟਾਰਟਿੰਗ ਤੋਂ ਸ਼ੁਰੂ ਕਰਨਾ ਪੈਣਾ ਉਸ ਕੰਮ ਨੂੰ, ਤਾਂ ਉਹ ਵੀ ਥੋੜ੍ਹਾ ਵਕਤ ਤਾਂ ਲਏਗਾ। ਅਜਿਹੇ ਦੇ ਵਿੱਚ ਇਹ ਉਲਟ ਫੇਰ ਜਿਹੜਾ ਤੁਹਾਡੇ ਨਜ਼ਰੀਏ ਤੋਂ ਕੀ ਠੀਕ ਹੈ, ਇਹ ਸਮਾਂ ਸਹੀ ਸੀਗਾ ਇੱਦਾਂ ਦੇ ਬਦਲਾਅ ਦਾ? ਦੇਖੋ ਬਦਲਾਅ ਹਮੇਸ਼ਾ ਜ਼ਰੂਰੀ ਹੈਗਾ ਜੀ, ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਇਹ ਪ੍ਰਾਈਮ ਮਿਨਿਸਟਰ ਨੇ ਆਪਣਾ ਸਿਸਟਮ ਦੇਖਣਾ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜੀਆਂ ਨੇ ਅੱਗੇ ਰਿਸਪੌਂਸਿਬਿਲਿਟੀਜ਼ ਦੇਣੀਆਂ ਤਾਂ ਕਿ ਮੂਵਿੰਗ ਫਾਰਵਰਡ ਜਿਹੜੀਆਂ ਹੈਗੀਆਂ ਨੇ ਉਹ ਫਾਈਲਸ। ਪਰ ਉਹਨਾਂ ਨੇ ਇਸੇ ਕਰਕੇ 1 ਮਹੀਨੇ ਦਾ ਸਮਾਂ ਦਿੱਤਾ ਨਾ,
ਅੱਜ ਹੁਣ ਕੈਬਨਿਟ ਜਿਹੜੀ ਆ ਉਹ ਕੱਲ ਨਿਯੁਕਤ ਹੋ ਗਈ ਆ। ਹੁਣ ਇਸ ਤੋਂ ਨਵੰਬਰ 22 ਨੂੰ ਜਦੋਂ ਹਾਊਸ ਸ਼ੁਰੂ ਹੋਣਾ ਉਦੋਂ ਤੱਕ ਉਹਨਾਂ ਨੂੰ ਮੌਕਾ ਮਿਲ ਜੂਗਾ ਕਿ ਉਹਦੇ ਵਿੱਚ ਜਿਹੜਾ ਉਹਨਾਂ ਨੇ ਚਾਹੇ ਉਹ ਕੈਚਅਪ ਕਰਨਾ, ਬਾਕੀ ਪਾਲਿਸੀ ਜਿਹੜੀਆਂ ਹੁੰਦੀਆਂ ਨੇ ਉਹ ਗਵਰਨਮੈਂਟ ਦੀਆਂ ਸਾਹਮਣੇ ਆ। ਹਾਂਜੀ, ਕਿਉਂਕਿ ਅਸੀਂ ਆਲਰੇਡੀ ਜਿਹੜੀਆਂ ਸਾਡੀਆਂ ਬਿਗ ਆਈਟਮਸ ਹੈਗੀਆਂ ਉਹ ਕਿਵੇਂ ਡਿਲੀਵਰ ਕਰਨੀਆਂ ਉਹ ਤਾਂ ਸਾਹਮਣੇ ਲੋਕਾਂ ਨੂੰ ਦੱਸੀਆਂ ਹੋਈਆਂ ਨੇ। ਉਹਨਾਂ ਦੇ ਉੱਤੇ ਅਸੀਂ ਉਸ ਪਾਲਿਸੀ ਦੇ ਉੱਤੇ ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਅਸੀਂ ਉਹ ਅਮਲ ਕਰਨਾ ਹੈਗਾ। ਜ਼ਰੂਰ ਪੋਰਟਫੋਲੀਓ ਚੇਂਜ ਹੋਏ, ਪਰ 1 ਮਹੀਨਾ ਇਸੇ ਕਰਕੇ ਉਹ ਦਿੱਤਾ ਵੀ ਇਹਦੇ ਵਿੱਚ ਉਹ ਕੈਚਅਪ ਜਿਹੜਾ ਉਹ ਕਰ ਸਕਣ ਜੀ। ਸੋ ਇਮੀਗ੍ਰੇਸ਼ਨ ਮੰਤਰਾਲੇ ਦੀ ਗੱਲ ਕਰ ਲੈਂਦੇ ਆ। ਇਮੀਗ੍ਰੇਸ਼ਨ ਮੰਤਰੀ ਵੀ ਜਿਹੜੇ ਬਦਲ ਦਿੱਤੇ ਗਏ ਨੇ। ਇਮੀਗ੍ਰੇਸ਼ਨ ਮੰਤਰਾਲੇ ਦੇ ਵਿੱਚ ਇਸ ਵੇਲੇ ਮੈਨੂੰ ਲੱਗਦਾ ਸਭ ਤੋਂ ਵੱਡੇ ਚੈਲੰਜ ਨੇ ਜਿਹਦੇ ਵਿੱਚ ਲੋਕ ਬਹੁਤ ਸਾਰੇ ਪਰੇਸ਼ਾਨ ਨੇ, ਇੰਤਜ਼ਾਰ ਕਰ ਰਹੇ ਨੇ। ਯਕੀਨਨ ਅਸੀਂ ਜਦੋਂ ਵੀ ਸ਼ੋਅ ਕਰਦੇ ਹਾਂ ਉਦੋਂ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਨੇ, ਬੈਕਲੌਗ ਉੱਦਾਂ ਹੀ ਪਿਆ ਹੋਇਆ, ਨਵੀਆਂ ਫਾਈਲਾਂ ਜਿਹੜੀਆਂ ਨੇ ਉਹ ਚੱਕੀਆਂ ਜਾ ਰਹੀਆਂ, ਪੁਰਾਣੀਆਂ ਨਹੀਂ ਪੂਰੀਆਂ ਹੋ ਰਹੀਆਂ। ਚਾਹੇ ਸੀਨੀਅਰ ਸਿਟੀਜ਼ਨ ਹੋਣ ਉਹ ਆਪਣੇ ਤੌਰ ਤੇ ਪਰੇਸ਼ਾਨ ਨੇ, ਚਾਹੇ ਜਿਹੜੇ ਲੋਕ ਜਿਨ੍ਹਾਂ ਨੇ ਵਰਕ ਪਰਮਿਟ ਵਾਲੇ ਉਹ ਵੀ ਪਰੇਸ਼ਾਨ ਨੇ, ਕਈ ਸਪਾਊਸ ਕੇਸਿਸ ਇੱਦਾਂ ਦੇ ਨੇ। ਓਵਰਆਲ ਬਹੁਤ ਸਾਰੇ ਬੈਕਲੌਗ ਇਸ ਵੇਲੇ ਹੈਗੇ ਨੇ। ਨਵੇਂ ਮੰਤਰੀ ਜਿਸ ਤਰੀਕੇ ਨਾਲ ਸ਼ੌਨ ਫਰੇਜ਼ਰ ਆ ਚੁੱਕੇ ਨੇ, ਸੋ ਉਹਨਾਂ ਲਈ ਵੀ ਇੱਕ ਵੱਡਾ ਤਾਂ ਚੈਲੰਜ ਹੈਗਾ ਹੀ ਹੈ। ਸੋ ਕਿਵੇਂ ਉਹ ਸਾਰੀ ਜ਼ਿੰਮੇਵਾਰੀ ਨੂੰ ਨਿਭਾਉਣਗੇ? ਕੀ ਉਹਨਾਂ ਵਾਸਤੇ ਸੌਖਾ ਹੋਏਗਾ? ਕੋਈ ਅੱਗੇ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਬੈਕਲੌਗ ਜਿਹੜਾ ਉਹ ਜਲਦੀ ਕਲੀਅਰ ਹੋ ਜਾਏਗਾ? ਦੇਖੋ, ਇਹੀ ਸਿਚੁਏਸ਼ਨ ਚ ਮਾਰਕ ਮੈਂਡੀਚੀਨੋ ਸੀ ਜੀ, ਬਿਲਕੁਲ ਨਵੇਂ ਮੰਤਰੀ ਸੀਗੇ ਇਨਫੈਕਟ, ਠੀਕ ਹੈ ਨਾ, ਜਦੋਂ ਉਹਨਾਂ ਨੇ ਚਾਰ ਸੰਭਾਲਿਆ। ਔਰ ਮੇਰੇ ਪਰਮ ਪਿਆਰੇ ਮਿੱਤਰ ਨੇ, ਮੈਂ ਉਹਨਾਂ ਨਾਲ ਬਹੁਤ ਕਲੋਜ਼ਲੀ ਜਿਹੜਾ ਹੈਗਾ, ਚਾਹੇ ਮੈਂ ਉਹ ਕਮੇਟੀ ਤੇ ਕੰਮ ਕੀਤਾ, ਚਾਹੇ ਮੈਂ ਪਰਸਨਲ ਤੌਰ ਤੇ ਉਹਨਾਂ ਨਾਲ ਕੰਮ ਕੀਤਾ, ਮੈਨੂੰ ਬੜਾ ਨੇੜਿਓਂ ਹੋ ਕੇ ਉਹਨਾਂ ਨਾਲ ਕੰਮ ਕਰਨ ਦਾ ਜਿਹੜਾ ਸੀਗਾ ਉਹ ਮੌਕਾ ਮਿਲਿਆ। ਔਰ ਉਹਦੇ ਵਿੱਚ ਜੋ ਵੀ ਉਹਨਾਂ ਨੇ ਡਿਸੀਜਨ ਲਏ ਉਹ ਬੜੇ ਜਿਹੜੇ ਸੀਗੇ ਸਾਰਥਕ ਪੱਖੋਂ ਡਿਸੀਜਨ ਲਏ ਔਰ ਬੜੇ ਬੋਲਡ ਡਿਸੀਜਨ ਸੀਗੇ ਉਹਨਾਂ ਦੇ, ਔਰ ਜਿਹੜੇ ਲੋਕਾਂ ਦੇ ਹੱਕ ਦੇ ਵਿੱਚ ਗਏ ਹੈਗੇ। ਸੋ ਉਹਨਾਂ ਨੇ ਵੀ ਤਾਂ ਇਹ ਚੀਜ਼ ਜਿਹੜੀ ਆ ਪਿਕ ਕੀਤੀ। ਹੁਣ ਇਸੇ ਤਰ੍ਹਾਂ ਜਦੋਂ ਸ਼ੌਨ ਫਰੇਜ਼ਰ ਉਹਨਾਂ ਦੀ ਗੱਲ ਕਰਦੇ ਹਾਂ, ਇੱਕ ਬਹੁਤ ਸੌਫਟ ਪਰਸਨੈਲਿਟੀ ਆ ਉਹ ਵੀ, ਕਿਉਂਕਿ ਮੈਂ ਉਹਨਾਂ ਨੂੰ ਜਿਹੜੇ ਮੇਰੀ ਸੀਟ ਸੀ ਉਹਨਾਂ ਦੇ ਦੇਖਿਆ ਹੈਗਾ। ਔਰ ਪਿੱਛੇ ਉਹ ਪਾਰਲੀਮੈਂਟਰੀ ਸੈਕਟਰੀ ਵੀ ਰਹੇ, ਉਹਦੇ ਵਿੱਚ ਵੀ ਮੈਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਦੇਖਿਆ। ਉਹ ਬੜੀ ਸੌਫਟ ਪਰਸਨੈਲਿਟੀ ਹੈਗੇ ਨੇ। ਪੂਰੀ ਆਸ ਆ ਕਿ ਉਹ ਕਾਕਸ ਨੂੰ ਵੀ ਸੁਣਨਗੇ। ਕਮੇਟੀ ਜਿਹੜੀ ਆ ਉਹ ਆਪਦੇ ਜਿਹੜੀਆਂ ਰਿਕਮੈਂਡੇਸ਼ਨ ਦਊਗੀ, ਅਪੋਜੀਸ਼ਨ ਜਿਹੜੀਆਂ ਨੇ ਉਹ ਆਪਦੇ ਵਿਚਾਰ ਰੱਖੂਗੀ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪਾਲਿਸੀ ਅਸੀਂ ਲੈ ਕੇ ਚੱਲਦੇ ਹਾਂ ਕਿ ਇਕਨੋਮਿਕ ਜਿਹੜੀ ਰਿਕਵਰੀ ਹੋਣੀ ਚਾਹੀਦੀ ਆ, ਔਰ ਉਹਦੇ ਵਿੱਚ ਜਿਹੜੇ ਅਸੀਂ ਪਹਿਲਾਂ ਹੀ ਕਿਹਾ ਹੈਗਾ ਵੀ ਆਉਣ ਵਾਲੇ 3 ਸਾਲਾਂ ਦੇ ਵਿੱਚ ਜਿਹੜੇ ਸੀ ਅਸੀਂ 1.2 ਮਿਲੀਅਨ ਜਿਹੜੇ ਇਮੀਗ੍ਰੈਂਟਸ ਜਿਹੜੇ ਆ ਉਹਨਾਂ ਨੂੰ ਪੱਕਾ ਦਰਜਾ ਦੇਣਾ, ਉਹ ਉਹਨਾਂ ਨੂੰ ਜਿਹੜਾ ਹੈ ਉਸ ਪਾਲਿਸੀ ਨੂੰ ਮੱਦੇਨਜ਼ਰ ਰੱਖਦੇ ਆ ਜਿਹੜੀ ਪਾਲਿਸੀ ਬਣਾਉਣਗੇ। ਬਾਕੀ ਜਿਹੜੀ ਤੁਸੀਂ ਕਿਹਾ ਬੈਕਲੌਗ, ਜੇ ਦੇਖਿਆ ਜਾਵੇ ਤਾਂ ਪਿਛਲੀ ਗਵਰਨਮੈਂਟ ਨੇ ਜਿਹੜਾ ਹੈਗਾ ਸੀ, ਜਦੋਂ ਪਿਛਲੇ 2 ਟਰਮਾਂ ਦੇ ਵਿੱਚ ਬਹੁਤ ਵੱਡਾ ਬੈਕਲੌਗ ਸੀ ਜਿਹੜਾ ਕੰਜ਼ਰਵੇਟਿਵ ਛੱਡ ਕੇ ਗਏ ਸੀ। 7-7 ਸਾਲ ਲੱਗ ਜਾਂਦੇ ਸੀ ਪੇਰੈਂਟਸ ਦੀ ਫਾਈਲ ਜਿਹੜੀ ਆ ਉਹਨੂੰ ਪ੍ਰੋਸੈਸ ਕਰਨ ਨੂੰ। ਸਪਾਊਸ ਦੇ 4-4 ਸਾਲ ਲੱਗ ਜਾਂਦੇ ਸੀ, ਉਹਨੂੰ ਘਟਾ ਕੇ 1 ਸਾਲ ਤੇ ਲੈ ਕੇ ਆਏ। ਉਸ ਤੋਂ ਬਾਅਦ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ ਸੀ 2 ਸਾਲ ਦੇ ਕਰੀਬ ਉਹ ਪ੍ਰੋਸੈਸਿੰਗ ਟਾਈਮ ਆ ਗਿਆ। ਹਾਂ ਠੀਕ ਆ, ਕੁਝ ਫਾਈਲਾਂ ਜਿਹੜੀਆਂ ਕੋਵਿਡ ਕਰਕੇ ਜਿਹੜੀਆਂ ਪੇਪਰ ਫਾਈਲ ਸੀਗੀਆਂ ਉਹਨਾਂ ਨੂੰ ਜ਼ਰੂਰ ਇਸ਼ੂਜ਼ ਆ ਰਹੇ, ਪਰ ਉਹਨੂੰ ਅਸੀਂ ਜਿਹੜਾ ਹੁਣ ਇਲੈਕਟ੍ਰੋਨ ਤਰੀਕੇ ਦੇ ਨਾਲ ਉਹਨਾਂ ਨੂੰ ਫਾਈਲਾਂ ਨੂੰ ਇਲੈਕਟ੍ਰੋਨਾਈਜ਼ ਕਰ ਰਹੇ ਹਾਂ। ਉਹਨੂੰ ਜਦੋਂ ਬਣ ਜਾਂਦੀਆਂ ਨੇ ਉਦੋਂ ਹੀ ਉਹਦੇ ਫੈਸਲੇ ਹੋਣਗੇ। ਪਰ ਉਸ ਤੋਂ ਬਿਨਾਂ ਜੇ ਦੇਖਿਆ ਜਾਵੇ ਤਾਂ ਵੱਡੀ ਗਿਣਤੀ ਜਿਹੜੇ ਨੇ ਟੈਂਪਰੇਰੀ ਵਰਕਰ ਆਏ, ਉਹਨਾਂ ਨੂੰ ਜਿਹੜਾ ਸੀ ਇਹ ਛੇਤੀ ਤੋਂ ਛੇਤੀ ਪੱਕਾ ਕੀਤਾ ਗਿਆ। ਔਰ ਨਾਲ ਹੀ ਸਟੂਡੈਂਟ ਸੀਗੇ ਜਿਹੜੇ ਇੰਨੀ ਵੱਡੀ ਗਿਣਤੀ ਦੇ ਵਿੱਚ, ਅੱਗੇ ਸਟੂਡੈਂਟ ਜਿਹੜੇ ਸੀਗੇ ਉਹ ਐਕਸਪਲੋਇਟ ਹੁੰਦੇ ਸੀਗੇ, ਠੀਕ ਹੈ ਨਾ, ਉਹਨਾਂ ਦੀ ਐਕਸਪਲੋਇਟੇਸ਼ਨ ਜਿਹੜੀ ਸੀਗੀ। ਅੱਜ ਜੇ ਦੇਖਿਆ ਜਾਵੇ, ਅੱਜ ਹੁਣ ਮੈਂ ਗਿਆ ਸੀਗਾ ਇੰਟੀਰੀਅਰ ਦੇ ਟੂਰ ਤੇ, ਹੁਣ ਸਗਾ ਇਸ ਵੇਲੇ ਜਿਹੜਾ ਹੈਗਾ ਇਹ ਲੱਗਦਾ ਕਿ ਇੰਪਲੋਇਰ ਜਿਹੜਾ ਹੈਗਾ ਉਹਨੂੰ ਵਰਕਰਸ ਲੱਭ ਨਹੀਂ ਰਹੇ। ਹਰ ਇੱਕ ਜਿਹੜਾ ਸੀਗਾ ਇੰਪਲੋਇਰ ਮੈਂ ਜਿਹਦੇ ਕੋਲ ਗਿਆ ਇੱਕੋ ਹੀ ਕੰਪਲੇਨ ਕਰਦਾ ਸੀ ਵੀ ਜੀ ਸਾਨੂੰ ਵਰਕਰ ਹੋਰ ਚਾਹੀਦੇ ਆ, ਜੀ ਸਾਨੂੰ ਵਰਕਰ। ਸੋ ਉਹ ਜਦੋਂ ਇਹ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਹੈਗੀ ਆ, ਇਹ ਉਹੀ ਚੀਜ਼ ਨੂੰ ਬੇਸ ਰੱਖ ਕੇ ਮੱਦੇਨਜ਼ਰ ਹੋਊਗੀ ਤਾਂ ਕਿ ਮੇਕ ਸ਼ੋਰ ਕੀਤਾ ਜਾਵੇ ਵੀ ਜੇ ਅਸੀਂ ਇਕਨੋਮਿਕ, ਕਿਉਂਕਿ ਅੱਜ ਸੋਸ਼ਲ ਨੀਤੀ ਨਹੀਂ, ਮੈਂ ਅੱਗੇ ਵਾਰ-ਵਾਰ ਕਹਿਣਾ ਵੀ ਇਮੀਗ੍ਰੇਸ਼ਨ ਇਸ ਵੇਲੇ ਇਕਨੋਮਿਕ ਨੀਤੀ ਹੈਗੀ ਆ। ਉਸ ਇਕਨੋਮੀ ਨੂੰ ਮੱਦੇਨਜ਼ਰ ਰੱਖਦੇ ਆ, ਇਸ ਰਿਕਵਰੀ ਨੂੰ ਮੱਦੇਨਜ਼ਰ ਰੱਖਦੇ ਆ ਜਿਹੜੇ ਨੇ ਆਉਣ ਵਾਲੇ ਸਟੈਪ ਜਿਹੜੇ ਨੇ ਸ਼ੌਨ ਫਰੇਜ਼ਰ ਲੈਣਗੇ। ਪਰ ਸਮੇਂ-ਸਮੇਂ ਮੁਤਾਬਕ ਉਹਨਾਂ ਨੂੰ ਅਸੀਂ ਜੋ ਸਾਡੇ ਕੰਸਟੀਟਿਊਐਂਟ ਚਾਹੁੰਦੇ ਆ ਉਹ ਅਸੀਂ ਉਹਨਾਂ ਨੂੰ ਵੀ ਦੱਸਦੇ ਰਹਾਂਗੇ। ਤੇ ਮੈਨੂੰ ਪੂਰੀ ਆਸ ਆ ਕਿ ਜਿਸ ਤਰੀਕੇ ਨਾਲ ਪਿੱਛੇ ਚਾਹੇ ਉਹ ਜੌਨ ਮੈਕੈਲਮ ਸੀਗੇ, ਚਾਹੇ ਉਹ ਅਹਿਮਦ ਹੁਸੈਨ ਸੀਗੇ, ਚਾਹੇ ਮੇਰੇ ਪਰਮ ਪਿਆਰੇ ਮਿੱਤਰ ਮਾਰਕ ਮੈਂਡੀਚੀਨੋ ਸੀਗੇ, ਉਹਨਾਂ ਦੇ ਨਾਲ ਜਿਹੜਾ ਕੰਮ ਕਰਨ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਜਿਹੜੀਆਂ ਸੀ ਉਹ ਸੁਣੀਆਂ। ਕਿਉਂਕਿ ਹੁਣ ਕਮੇਟੀ ਦੇ ਉੱਤੇ ਤੁਸੀਂ ਦੇਖੋ, ਜਦੋਂ ਮੈਂ ਗੱਲ ਕਰਦਾ ਸੀ 2 ਇਸ਼ੂ ਰੇਜ਼ ਕਰਦਾ ਸੀ ਮੈਂ, ਮੇਜਰ ਇਸ਼ੂ ਰੇਜ਼ ਕਰਦਾ ਸੀ। ਇੱਕ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦਾ, ਉਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀਗੀਆਂ ਫਾਈਲ ਚੱਕੀਆਂ, ਔਰ ਇਹ ਵੀ ਨਾਲ ਸੀਗਾ
ਕਿ ਨਵੇਂ ਨੂੰ ਤੁਸੀਂ ਜਿਹੜਾ ਪੁਰਾਣੇ ਜਿਹੜੇ ਆ ਪਹਿਲਾਂ ਉਹਨੂੰ ਕਲੀਅਰ ਕਰੋ। ਪੁਰਾਣੀਆਂ 30,000 ਐਪਲੀਕੇਸ਼ਨ ਲਈਆਂ ਉਹ ਉਹਨਾਂ ਨੇ, ਕਿਉਂਕਿ ਉਹ ਸੈਟਲਮੈਂਟ ਹੈਗੀ ਆ ਵਿੱਚ। ਮੈਂ ਤਾਂ ਇਹ ਕਹਿੰਦਾ, ਅੱਜ ਵੀ ਕਹਿੰਦਾ ਮੈਂ ਵੀ ਫਸਟ ਕਮ ਫਸਟ ਸਰਵ ਜਿਹੜੀ ਆ ਉਹ ਹੋਣੀ ਚਾਹੀਦੀ, ਵੀ ਇਹ ਐਪਲੀਕੇਸ਼ਨ ਲੈ ਲਓ ਪੁਰਾਣੇ ਸਿਸਟਮ ਤੱਕ। ਪਰ ਸਰਟਨਲੀ ਸਾਨੂੰ ਕਿਤੇ ਇਨ ਦਾ ਮਿਡਲ ਗਰਾਊਂਡ ਸੀਗੀ ਜਿੱਥੇ ਅਸੀਂ ਮੈਂ ਵੀ ਮੰਤਰੀ ਦੇ ਨਾਲ ਜਿਹੜਾ ਸੀ ਉਹਨਾਂ ਡਿਪਾਰਟਮੈਂਟ ਨਾਲ ਜਦੋਂ ਗੱਲ ਕੀਤੀ, ਉਹਨਾਂ ਨੇ ਇੱਕ ਬਹੁਤ ਵਧੀਆ ਡਿਸੀਜਨ ਉੱਥੇ ਲਿਆ। ਔਰ ਦੂਸਰਾ ਸੀਗਾ ਕਿ ਲੋ ਸਕਿੱਲ ਤੇ ਮਿਡ ਸਕਿੱਲ ਜਿਹੜੇ ਵਰਕਰ ਹੈਗੇ ਆ ਉਹਨਾਂ ਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ, ਪੱਕੇ ਹੋਣਾ ਚਾਹੀਦਾ। ਔਰ ਉਹਦੇ ਵਿੱਚ ਕੀ ਸੀਗਾ ਕਿ ਉਹ ਜਿਹੜੇ 30,000 ਵਰਕਰ ਲੈ ਕੇ ਆਂਦੇ, ਉਹਦੇ ਵਿੱਚ ਫਾਰਮ ਵਰਕਰ ਤੋਂ ਲੈ ਕੇ ਪ੍ਰੋਫੈਸ਼ਨਲ ਤੱਕ ਉਹਦੇ ਵਿੱਚ ਫਿੱਟ ਹੁੰਦਾ ਸੀ। ਔਰ ਉਹਦੀਆਂ ਐਪਲੀਕੇਸ਼ਨ ਪੂਰੀਆਂ ਨਹੀਂ ਹੋਈਆਂ। ਦੇਖੋ ਆਪਾਂ ਨੂੰ ਐਂ ਬਾਹਰ ਲੱਗਦਾ ਜੀ ਵੀ ਨਹੀਂ ਜੀ ਉਹ ਬਹੁਤ ਫਾਰਮ ਵਰਕਰ ਨੇ, ਬਹੁਤ ਟੈਂਪਰੇਰੀ ਵਰਕਰ ਨੇ। ਹੁਣ ਉਹ 30,000 ਐਪਲੀਕੇਸ਼ਨਾਂ ਫਿਲ ਨਹੀਂ ਹੋਈਆਂ ਜੀ। ਉਹਦੇ ਲਈ ਸਾਨੂੰ ਕੀ ਕਰਨਾ ਪਿਆ ਕਿ ਅਸੀਂ ਫਿਰ ਸਟੂਡੈਂਟਸ ਨੂੰ ਫਿਰ ਮੌਕਾ ਦਿੱਤਾ ਵੀ ਜਿਹੜੇ ਸਟੂਡੈਂਟਸ ਦੇ 1650 ਘੰਟੇ ਹੋ ਗਏ ਹੋਏ ਆ, ਉਹ ਜਿਹੜੇ ਪਿਛਲੇ 3 ਸਾਲਾਂ 'ਚ ਉਹ ਅਪਲਾਈ ਕਰ ਸਕਦੇ। ਉਹਦੇ ਵਿੱਚ ਵੀ ਉਹ ਵੱਡੀ ਗਿਣਤੀ 'ਚ ਸਟੂਡੈਂਟ। ਪਰ ਇੱਕ ਚੀਜ਼ ਤਾਂ ਹੈ ਨਾ ਵੀ ਜਿਹੜੇ 90,000 ਹੁਣ ਇਹ ਕੱਢੇ, ਪਹਿਲਾਂ 27,000 ਐਪਲੀਕੇਸ਼ਨ ਕੱਢੀ ਜਿਹਦੇ ਵਿੱਚ 75 ਪੁਆਇੰਟ ਜਿਹੜੇ ਸੀਗੇ ਐਕਸਪ੍ਰੈਸ ਐਂਟਰੀ ਇਨ ਕੈਨੇਡਾ ਐਕਸਪੀਰੀਅੰਸ ਵਾਲੇ। ਉਹਦੇ ਨਾਲ ਕੀ ਹੋਇਆ ਕਿ ਇੰਨੇ ਲੋਕ ਜਿਹੜੇ ਨੇ ਉਹ ਆਪਾਂ ਅੱਗੇ ਹਮੇਸ਼ਾ ਇਹੀ ਸੁਣਦੇ ਆ ਜੀ LMI ਦੀ ਐਕਸਪਲੋਇਟੇਸ਼ਨ ਹੋ ਰਹੀ ਆ, ਉਹ ਐਡੀ ਵੱਡੀ ਗਿਣਤੀ 'ਚ ਉਹਨਾਂ ਦੀ ਜਿਹੜੀ ਆ ਉਹ ਹੈਲਪ ਹੋਈ ਆ। ਪਰ ਅੱਜ ਮੈਂ ਜਦੋਂ ਦੇਖਦਾ ਤਾਂ ਥਾਂ ਥਾਂ ਤੇ ਮੈਂ ਇੰਟੀਰੀਅਰ 'ਚ ਜਾ ਕੇ ਆਇਆ, ਕਲੋਨੇ ਚਲੇ ਜਾਓ, ਸੋਈਐਸ ਚਲੇ ਜਾਓ, ਓਲੀਵਰ ਚਲੇ ਜਾਓ, ਪੈਂਟਿੰਗਟਨ ਚਲੇ ਜਾਓ, ਸਮਰਲੈਂਡ ਚਲੇ ਜਾਓ, ਹੋਪ ਚਲੇ ਜਾਓ, ਹਰ ਥਾਂ ਦੇ ਉੱਤੇ ਜਿਹੜਾ ਸੀਗਾ ਇਹ ਸਾਈਨ ਲੱਗੇ ਆ ਹੈਲਪ ਵਾਂਟਡ ਜੀ। ਇਸ ਵੇਲੇ ਸਟਾਫ ਨਹੀਂ ਮਿਲ ਰਿਹਾ, ਬਿਲਕੁਲ ਠੀਕ ਹੈ ਨਾ। ਸੋ ਉਸ ਕਰਕੇ ਜਿਹੜੀ ਇਮੀਗ੍ਰੇਸ਼ਨ, ਜਿਸ ਤਰ੍ਹਾਂ ਤੁਸੀਂ ਕਿਹਾ, ਬੜੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੋਈ ਵੱਡੇ ਫੈਸਲੇ ਕਰਨੇ ਪੈਣਗੇ। ਸੋ ਆਈ ਐਮ ਸ਼ੋਰ ਕਿ ਸ਼ੌਨ ਫਰੇਜ਼ਰ ਜਿਹੜੇ ਨੇ ਉਹ ਵਧੀਆ ਫੈਸਲੇ ਜਿਹੜੇ ਨੇ ਐਜ਼ ਅ ਮੰਤਰੀ, ਸੋ ਨਵੇਂ ਇਮੀਗ੍ਰੇਸ਼ਨ ਮੰਤਰੀ ਤੋਂ ਉਮੀਦਾਂ ਕੀਤੀਆਂ ਜਾ ਸਕਦੀਆਂ ਪੱਕਾ ਜੀ 100%। ਕਿਉਂਕਿ ਜੇ ਮਾਰਕ ਮੈਂਡੀਚੀਨੋ ਇੰਨੀਆਂ ਵਧੀਆ ਪਾਲਿਸੀਜ਼ ਲੈ ਕੇ ਆ ਸਕਦੇ, ਉਹ ਵੀ ਤਾਂ ਇੱਕ ਦਿਨ ਨਵੇਂ ਸੀ, ਠੀਕ ਹੈ ਨਾ। ਅੱਜ ਇਹ ਨਵੇਂ ਨੇ ਤੇ ਇਹਨਾਂ ਤੇ ਵੀ ਆਪਾਂ ਨੂੰ ਉਹੀ ਆਸ ਰੱਖਣੀ ਚਾਹੀਦੀ ਹੈ। ਸੋ ਵੈਕਸੀਨੇਸ਼ਨ ਰਿਵਿਊ ਦੀ ਵੀ ਗੱਲ ਕਰ ਲੈਂਦੇ ਹਾਂ। ਅੱਗੇ ਕੀ ਚੇਂਜਸ ਆ ਰਹੇ ਨੇ? ਬੂਸਟਰ ਸ਼ਾਟਸ ਦੀ ਗੱਲ ਕਹੀ ਜਾ ਰਹੀ ਹੈ, ਔਰ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਬੱਚਿਆਂ ਲਈ ਵੀ ਹੁਣ ਤਾਂ ਜਿਹੜੀ ਹੈ ਫਾਈਜ਼ਰ ਦੀ ਜਿਸ ਤਰੀਕੇ ਨਾਲ ਅਪਰੂਵ ਹੋ ਚੁੱਕੀ ਹੋਈ ਹੈ ਵੈਕਸੀਨ ਹੈਲਥ ਕੈਨੇਡਾ ਵੱਲੋਂ। ਸੋ ਉਹਦੇ ਵਿੱਚ ਅੱਗੇ ਕੀ ਕੀਤਾ ਜਾ ਰਿਹਾ ਫੈਡਰਲ ਲੈਵਲ ਦੇ ਉੱਤੇ, ਕੀ ਰਿਪੋਰਟ ਆ ਰਹੀ ਹੈ? ਸਾਨੂੰ ਪਹਿਲਾਂ ਤਾਂ ਇਹ ਹੈਗਾ ਸੀ, ਕਿਉਂਕਿ ਅਸੀਂ ਚਾਹੁੰਦੇ ਸੀ ਵੀ ਇੱਕ ਕੰਸਿਸਟੈਂਸੀ ਹੋਣੀ ਚਾਹੀਦੀ, ਤਾਂ ਕਿ ਕੈਨੇਡਾ ਦੇ ਲੋਕ ਜਿਹੜੇ ਨੇ ਉਹ ਜਦੋਂ ਉਹਨਾਂ ਨੇ ਟਰੈਵਲ ਕਰਨਾ ਹੈਗਾ, ਠੀਕ ਹੈ ਨਾ, ਉਹ ਸੇਫ ਹੋਣ ਆਪ ਔਰ ਦੂਸਰਿਆਂ ਨੂੰ ਵੀ ਸੇਫ ਰੱਖਣ। ਉਹਦੇ ਲਈ ਫੁੱਲੀ ਵੈਕਸੀਨੇਸ਼ਨ ਹੋਣਾ ਬੜਾ ਜ਼ਰੂਰੀ ਸੀ। ਉਹ 30 ਅਕਤੂਬਰ ਤੋਂ ਬਾਅਦ ਜਿਹੜਾ ਵੀ ਟਰੈਵਲ ਕਰਨਾ ਚਾਹੂਗਾ ਉਹ ਫੁੱਲੀ ਵੈਕਸੀਨੇਟਡ ਹੋਣਾ ਚਾਹੀਦਾ ਕੈਨੇਡੀਅਨ 에ਅਰਪੋਰਟ ਤੋਂ। ਉਹਦੇ ਵਿੱਚ ਇਹ ਸੀ ਪਹਿਲਾਂ, ਫਿਰ ਕੰਸਿਸਟੈਂਸੀ ਚਾਹੀਦੀ। ਉਹਦੇ ਵਿੱਚ ਅਸੀਂ ਜਿਹੜਾ ਸੀਗਾ ਫੈਡਰਲ ਗਵਰਨਮੈਂਟ ਨੇ ਜ਼ਿੰਮੇਵਾਰੀ ਲਈ ਵੀ ਅਸੀਂ ਰਿਸੋਰਸਿਸ ਪੁੱਟ ਟੂਗੈਦਰ ਕਰਾਂਗੇ। ਸਾਰੇ ਸੂਬੇ ਜਿਹੜੇ ਆ ਇੱਕੋ ਤਰ੍ਹਾਂ ਦਾ ਜਿਹੜਾ ਹੈਗਾ ਉਹ ਪਾਸਪੋਰਟ ਜਿਹੜਾ ਹੈਗਾ ਵੈਕਸੀਨੇਸ਼ਨ ਦਾ ਉਹ ਤਿਆਰ ਕਰਨ, ਤਾਂ ਕਿ ਕੋਈ ਜਿਹੜੀ ਹੈਗੀ ਆ ਉਹਨਾਂ ਨੂੰ ਕੋਈ ਦਿੱਕਤ ਜਿਹੜੀ ਹੈਗੀ ਟਰੈਵਲ ਦੇ ਵਿੱਚ ਨਾ ਆ ਸਕੇ। ਔਰ ਦੂਸਰੀ ਗੱਲ ਇਹ ਹੈਗੀ ਕਿ ਵੈਕਸੀਨੇਸ਼ਨ ਇਹਦੇ ਨਾਲ ਇੱਕ ਇਨਕਰੇਜਮੈਂਟ ਵੀ ਆ, ਕਿਉਂਕਿ ਵੈਕਸੀਨੇਸ਼ਨ ਬਹੁਤ ਜ਼ਰੂਰੀ ਆ। ਹਰ ਇੱਕ ਰਿਸਰਚ ਜਿਹੜੀ ਹੈਗੀ ਆ, ਹਰ ਇੱਕ ਸਟੱਡੀ ਇਹ ਸ਼ੋ ਕਰ ਰਹੀ ਵੀ ਜਿਹੜੀ ਵੈਕਸੀਨੇਸ਼ਨ ਹੈਗੀ ਇਹ ਜਾਨਾਂ ਬਚਾ ਰਹੀ ਆ। ਸੋ ਜੇ ਜਾਨਾਂ ਬਚਾ ਰਹੀ ਹੈ ਤਾਂ ਸਾਨੂੰ ਵੈਕਸੀਨੇਸ਼ਨ ਜਿਹੜੀ ਹੈਗੀ ਆ ਉਹ ਕਰਵਾ ਲੈਣੀ ਚਾਹੀਦੀ ਹੈ। ਔਰ ਦੂਸਰਾ ਤੁਸੀਂ ਕਿਹਾ ਬੱਚਿਆਂ ਦੀ, ਉਹ ਜਿਹੜਾ ਹੈਗਾ ਫਾਈਜ਼ਰ ਨੇ ਆਲਰੇਡੀ ਜਿਹੜੀ ਹੈਗੀ ਆਪਦੀ ਫੁੱਲ ਰਿਵਿਊ ਰਿਪੋਰਟ ਜਿਹੜੀ ਹੈਗੀ ਆ ਡਾਕੂਮੈਂਟੇਸ਼ਨ ਸਬਮਿਟ ਕਰਤੀ ਹੈ ਹੈਲਥ ਕੈਨੇਡਾ ਨੂੰ। ਜਦੋਂ ਹੈਲਥ ਕੈਨੇਡਾ ਦੀ ਅਪਰੂਵਲ ਹੋ ਜਾਂਦੀ ਆ ਤਾਂ ਉਹ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਵੀ 2.4 ਮਿਲੀਅਨ ਡੋਜ਼ਸ ਜਿਹੜੀਆਂ ਨੇ ਉਹ ਲੈ ਲਈਆਂ ਹੋਈਆਂ। ਜਦੋਂ ਹੈਲਥ ਕੈਨੇਡਾ ਜਿਹੜਾ ਹੈਗਾ ਇਹਨੂੰ ਅਪਰੂਵਲ ਦੇ ਦਿੰਦਾ, ਉਦੋਂ ਹੀ ਜਿਹੜੀਆਂ ਉਹ ਡੋਜ਼ਸ ਜਿਹੜੀਆਂ ਉਹ ਇੱਥੇ ਪਹੁੰਚ ਜਾਣਗੀਆਂ। ਔਰ ਹਰ ਇੱਕ ਬੱਚਾ ਜਿਹੜਾ ਹੈਗਾ ਕੈਨੇਡੀਅਨ ਬੱਚਾ ਜਿਹੜਾ ਚਾਹੂਗਾ ਵੈਕਸੀਨੇਸ਼ਨ ਕਰਵਾਉਣੀ, ਉਹਨਾਂ ਨੂੰ ਜਿਹੜੀ ਆ ਉਹ ਵੈਕਸੀਨੇਸ਼ਨ ਮੁਹੱਈਆ ਕਰਾਈ ਜਾਊ। ਪਰ ਫਿਰ ਇੱਕ ਵਾਰ ਮੈਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਵੈਕਸੀਨੇਸ਼ਨ ਜਿਹੜੀ ਆ ਇਹ ਜਾਨਾਂ ਬਚਾਉਂਦੀ ਹੈਗੀ ਆ। ਜੇ ਹਜੇ ਕਿਸੇ ਨੇ ਵੈਕਸੀਨੇਸ਼ਨ ਨਹੀਂ ਕਰਾਈ ਤਾਂ ਉਹ ਪਲੀਜ਼ ਜ਼ਰੂਰ ਵੈਕਸੀਨੇਸ਼ਨ ਕਰਾਉਣ। ਔਰ ਤੁਸੀਂ ਬੂਸਟਰ ਸ਼ਾਟ ਦੀ ਗੱਲ ਕੀਤੀ, ਹੋਰ ਵੀ ਇੱਥੇ ਹੁਣ ਜਿਹੜਾ ਕਲੀਨਿਕ ਹੈਗਾ ਉਹ ਖੁੱਲ੍ਹ ਗਿਆ, ਕਿਉਂਕਿ ਜਿਹੜੇ ਟਰੈਵਲਰ ਨੇ ਪਹਿਲਾਂ ਸੋਚਦੇ ਸੀ ਆਪਾਂ ਬਈ ਮਿਕਸਡ ਜਿਹੜੀ ਸੀਗੀ ਵੈਕਸੀਨੇਸ਼ਨ ਲੱਗੀਆਂ ਹੈਗੀਆਂ, ਪਰ ਉਹ ਚਾਹੁੰਦੇ ਨੇ ਕਿ ਜੇ ਉਹਨਾਂ ਦੇ ਮਿਕਸਡ ਵੈਕਸੀਨੇਸ਼ਨ ਲੱਗੀ ਹੈਗੀ ਆ ਤਾਂ ਉਹ ਤੀਜਾ ਸ਼ਾਟ ਜਿਹੜਾ ਹੈਗਾ ਉਹ ਉਹਨਾਂ ਦਾ ਉਹ ਲਾ ਸਕਦੇ ਹੈਗੇ। ਬੂਸਟਰ ਸ਼ਾਟ ਦੀ ਤੁਸੀਂ ਗੱਲ ਕੀਤੀ ਆ, ਉਹ ਸਰਕਾਰ ਨੇ ਫੈਸਲਾ ਲਿਆ
ਕਿ ਅਸੀਂ ਜਿਹੜੀਆਂ ਨੇ ਹੋਰ ਡੋਜ਼ਸ ਮੰਗਾਵਾਂਗੇ ਔਰ ਉਹਦੇ ਵਿੱਚ ਜਿਹੜੀਆਂ ਪਹਿਲਾਂ ਜਿਹੜੇ ਵਨਰੇਬਲ ਪਾਪੂਲੇਸ਼ਨ ਆ ਉਹਨੂੰ ਦਿੱਤੀ ਜਾਊਗੀ ਥਰਡ ਜਿਹੜੀ ਬੂਸਟਰ ਡੋਜ਼ ਆ। ਫਿਰ ਬਾਕੀ ਜਿਸ ਤਰ੍ਹਾਂ ਦੂਸਰਿਆਂ ਨੂੰ 6 ਤੋਂ 8 ਮਹੀਨੇ ਹੋ ਗਏ ਜਿਹਨੂੰ ਪਹਿਲਾਂ ਲਗਵਾਈ ਨੂੰ ਡੋਜ਼, ਉਹਨਾਂ ਨੂੰ ਉਹ ਡੋਜ਼ ਜਿਹੜੀਆਂ ਨੇ ਉਹ ਮੁਹੱਈਆ ਕੀਤੀਆਂ ਜਾਣਗੀਆਂ। ਉਹਦੇ ਵਿੱਚ ਕੁਝ ਜਿਹੜੀਆਂ ਨੇ ਨਵੇਂ ਸਾਲ ਦੇ ਸ਼ੁਰੂ 'ਚ ਹੋ ਜਾਣਗੀਆਂ, ਕੁਝ ਜਾ ਕੇ ਜਿਹੜੀਆਂ ਉਹ ਸਪ੍ਰਿੰਗ 'ਚ ਹੋ ਜਾਣਗੀਆਂ। ਜੀ ਸੋ ਧਾਲੀਵਾਲ ਜੀ, ਕੁਝ ਬੈਨੀਫਿਟਸ ਜਿਹੜੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਸੀ ਕੋਵਿਡ ਦੌਰਾਨ, ਉਹਨਾਂ ਦੇ ਵਿੱਚ ਕੁਝ ਤਾਂ ਬੰਦ ਹੋ ਰਹੀਆਂ ਨੇ, ਪਰ ਇਹ ਕਿਹਾ ਜਾ ਰਿਹਾ ਵੀ ਜਿਹੜੇ ਲਾਜ਼ਮੀ ਜਿਨ੍ਹਾਂ ਵਾਸਤੇ ਜਿਹੜੇ ਜ਼ਰੂਰੀ ਨੇ, ਅਜੇ ਵੀ ਐਸੈਂਸ਼ੀਅਲ ਚੀਜ਼ਾਂ ਹੈਗੀਆਂ ਨੇ, ਉਹਨਾਂ ਵਾਸਤੇ ਕੁਝ ਬੈਨੀਫਿਟ ਸਕੀਮਸ ਜਿਹੜੀਆਂ ਨੇ ਉਹ ਚਾਲੂ ਕੀਤੀਆਂ ਜਾਣਗੀਆਂ ਔਰ ਉਸ ਚੀਜ਼ ਦਾ ਖਿਆਲ ਰੱਖਿਆ ਜਾਏਗਾ। ਉਹਦੇ ਵਿੱਚ ਕਿਹੜੀ ਰੇਸ਼ੋ, ਜਿਹੜੀ ਕਿਹੜੀ ਕੈਟਾਗਰੀ ਉਹਦੇ ਵਿੱਚ ਸ਼ਾਮਿਲ ਹੋਏਗੀ ਔਰ ਉਹਦਾ ਕੀ ਫਾਇਦਾ ਹੋਏਗਾ ਔਰ ਕਿਹੜੀ ਕੈਟਾਗਰੀ ਦੇ ਲੋਕਾਂ ਨੂੰ ਹੋਏਗਾ? ਐਕਸਲੈਂਟ ਸਵਾਲ ਤੁਹਾਡਾ ਹੈ ਇਹ, ਕਿਉਂਕਿ ਲੋਕ ਵੀ ਮੈਨੂੰ ਕਾਫੀ ਫੋਨ ਕਰ ਰਹੇ ਆ ਇਹ ਪਤਾ ਕਰਨ ਨੂੰ, ਔਰ ਬਹੁਤ ਸਾਰੇ ਬਿਜ਼ਨਸ ਇਹ ਕੰਪਲੇਨ ਕਰ ਰਹੇ ਸੀਗੇ ਵੀ ਜੀ ਹੁਣ CRB ਬੰਦ ਕਰ ਦੇਣੀ ਚਾਹੀਦੀ। ਇਹ ਬਹੁਤ ਜਿੱਥੋਂ ਵੀ ਅਸੀਂ ਸੁਣਦੇ ਸੀ, ਕਿਉਂਕਿ ਉਹ ਕਹਿੰਦੇ ਸੀ ਜੀ ਵੀ ਕਈ ਲੋਕ ਸਾਨੂੰ ਹਾਰਡ ਹੋ ਗਿਆ, ਵਰਕਰ ਨਹੀਂ ਸਾਨੂੰ ਮਿਲ ਰਹੇ। ਉਹਦੇ ਵਿੱਚ ਅਸੀਂ ਸ਼ਰੀਕ ਕੀਤਾ ਕਿ ਜਿਹੜੀ CRB ਸੀਗਾ ਉਹ ਬੰਦ ਕਰ ਦਿੱਤਾ, ਵੀ ਉਹ ਜਿਹੜਾ ਹੈਗਾ ਵਾ ਦੈਟਸ ਇਟ, ਹੁਣ ਉਹ ਜਿਹੜਾ ਉਹ ਖਤਮ ਹੋ ਗਿਆ। ਔਰ ਤੁਸੀਂ ਫਿਰ ਨਾਲ ਇੱਕ ਮੈਂਸ਼ਨ ਉਹਦੇ ਨਾਲ ਹੀ ਜਿਹੜੀ ਸੀ ਰੈਂਟਲ ਸਬਸਿਡੀ ਸੀਗੀ, ਉਹ ਵੀ ਰੈਂਟ ਸਬਸਿਡੀ ਉਹ ਵੀ ਖਤਮ ਹੋ ਗਈ। ਔਰ ਨਾਲ ਹੀ ਇੱਕ ਵੱਡਾ ਫੈਸਲਾ ਇਹ ਲਿਆ ਗਿਆ ਬਈ ਹਜੇ ਵੀ ਜਿਹੜੀਆਂ ਇੰਡਸਟਰੀ ਜਿਹੜੀਆਂ ਅਫੈਕਟਡ ਹੈਗੀਆਂ ਨੇ, ਜਿਸ ਤਰ੍ਹਾਂ ਤੁਸੀਂ ਆਪਾਂ ਗੱਲ ਕਰ ਲਈਏ ਟੂਰਿਜ਼ਮ ਦੀ, ਜਿਹਦੇ ਵਿੱਚ ਹੋਟਲਸ ਹੋਏ, ਮੋਟਲਸ ਹੋਏ, ਟੂਰ ਆਪਰੇਟਰਸ ਹੋਏ, ਟਰੈਵਲ ਏਜੰਸੀਜ਼ ਹੋਈਆਂ, ਉਹਨਾਂ ਨੂੰ ਅਸੀਂ ਜਿਹੜੀ ਹੈਗੀ ਅਪ ਟੂ 75% ਸਬਸਿਡੀ, ਬੇਸ ਸਬਸਿਡੀ ਜਿਹੜੀ ਆ ਉਹ ਦੇਵਾਂਗੇ ਤਾਂ ਕਿ ਉਹ ਵਰਕਰਸ ਨੂੰ ਕੰਮਾਂ ਤੇ ਸੱਦ ਸਕਣ। ਔਰ ਉਹਦੇ ਵਿੱਚ ਇਹ ਹੈਗਾ ਇੱਕੋ ਹੀ ਟੈਸਟ ਹੋਏਗਾ ਉਹਨਾਂ ਦਾ ਕਿ ਉਹਨਾਂ ਦਾ ਰੈਵਨਿਊ ਜਿਹੜਾ ਹੈਗਾ ਪਿਛਲੇ ਸਾਲ ਦੇ ਵਿੱਚ 40% ਘਟਿਆ ਹੋਣਾ ਚਾਹੀਦਾ, ਔਰ ਨਾਲ ਹੀ ਜਿਹੜਾ ਇਸ ਮਹੀਨੇ ਦੇ ਵਿੱਚ ਵੀ ਜਿਹੜਾ ਹੈਗਾ ਕਰੰਟ ਮੰਥ ਆ ਉਹ 'ਚ ਵੀ 40% ਤੁਹਾਡਾ ਘੱਟ ਹੋਣਾ ਚਾਹੀਦਾ। ਔਰ ਦੂਸਰਾ ਹੈਗਾ ਵੀ ਇੱਕ ਕੁਝ ਐਸੇ ਸੈਕਟਰ ਹੋਣਗੇ ਜਿਹੜੇ ਹਾਰਡ ਹਿੱਟ ਹੋਏ ਹੈਗੇ, ਔਰ ਉਹਨਾਂ ਦੇ ਵਿੱਚ ਇਹ ਆ ਕਿ ਜਿਹਦੀ ਪਿਛਲੇ ਸਾਲ ਦੇ ਵਿੱਚ 50% ਲਾਸ ਹੋਇਆ ਜਿਹਦਾ ਰਾਈਟ ਇਨਕਮ ਦਾ, ਔਰ ਨਾਲ ਹੀ ਕਰੰਟ ਮਹੀਨੇ 'ਚ 50% ਹੋਊ, ਉਹਨਾਂ ਨੂੰ ਜਿਹੜੀ ਹੈਗੀ ਆ ਉਹ 50% ਬੇਸ ਸਬਸਿਡੀ ਜਿਹੜੀ ਆ ਉਹ ਵੀ ਜਿਹੜੀ ਆ ਉਹ ਦਿੱਤੀ ਜਾਊ। ਔਰ ਇੱਕ ਤੀਸਰਾ ਇਹ ਰੱਖਿਆ ਗਿਆ ਵੀ ਜਿਹੜਾ ਕੇਅਰ ਗਿਵਿੰਗ ਬੈਨੀਫਿਟ ਸੀਗਾ ਤੇ ਸਿਕਨੈਸ ਬੈਨੀਫਿਟ ਸੀ, ਉਹ ਅਸੀਂ ਜਿਹੜੇ ਮਈ ਤੱਕ ਬਰਕਰਾਰ ਰੱਖੇ ਕਿ ਕੀਤੇ ਐਕਸਟੈਂਡ। ਉਹਦੇ ਵਿੱਚ ਅੱਗੇ ਜੇ ਸਿਕਨੈਸ ਬੈਨੀਫਿਟ ਜਿਹੜਾ ਹੈਗਾ ਸੀਗਾ ਉਹ ਅਸੀਂ 42 ਵੀਕ ਤੋਂ ਲੈ ਕੇ ਔਰ ਜਿਹੜਾ ਕੇਅਰ ਸੀਗਾ ਬੈਨੀਫਿਟ ਜਿਹੜਾ ਸੀ ਉਹ ਅਸੀਂ ਵਧਾ ਕੇ 42 ਵੀਕ ਤੋਂ 44 ਵੀਕ ਕੀਤਾ। ਔਰ ਨਾਲ ਹੀ ਸਿਕਨੈਸ ਹੈਗਾ, ਉਹਦੇ ਵਿੱਚ ਕੀ ਹੈ ਕਿਸੇ ਦਾ ਬੱਚਾ ਬਿਮਾਰ ਹੋ ਗਿਆ ਜਾਂ ਆਪ ਬਿਮਾਰ ਹੋ ਜਾਂਦਾ, ਉਹ ਜਿਹੜਾ ਅਪ 2 ਵੀਕਸ ਦਾ ਜਿਹੜਾ ਹੈਗਾ ਉਹਨਾਂ ਨੂੰ ਜੇ ਘਰੇ ਰਹਿਣਾ ਪੈਂਦਾ ਤਾਂ ਉਹ 2 ਵੀਕ ਦਾ ਉਹਨਾਂ ਨੂੰ ਬੈਨੀਫਿਟ ਉਹ ਵੀ ਜਿਹੜਾ ਵਾ ਉਹ ਮਿਲੂ। ਜਾਂ ਜੇ ਲਾਕਡਾਊਨ ਹੋ ਜਾਂਦਾ, ਲੈਟ ਵੀ ਸੇ ਕਿ ਕਿਸੇ ਖਿੱਤੇ ਦੇ ਵਿੱਚ ਲਾਕਡਾਊਨ ਹੋ ਗਿਆ, ਹੁਣ ਜਿਸ ਤਰ੍ਹਾਂ ਅਲਬਰਟਾ 'ਚ ਹਾਲਾਤ ਪਾਏ ਜਾ ਰਹੇ ਸੀ, ਜੇ ਉਹਦੇ ਵਿੱਚ ਕਿਸੇ ਸਿਟੀ ਦੇ ਵਿੱਚ ਜਾਂ ਕਿਸੇ ਸੂਬੇ ਦੇ ਵਿੱਚ ਜਾਂ ਕਿਸੇ ਰੀਜਨ ਦੇ ਵਿੱਚ ਜਾਂ ਟੈਰੀਟਰੀ ਦੇ ਵਿੱਚ ਜੇ ਲਾਕਡਾਊਨ ਹੋ ਜੇ, ਫੁੱਲ ਲਾਕਡਾਊਨ ਹੋ ਜੇ, ਉਹ ਜਿੰਨੀ ਦੇਰ ਲਈ ਲਾਕਡਾਊਨ ਹੈਗਾ ਉਨੀ ਦੇਰ ਲਈ ਉਹ $300 ਜਿਹੜਾ ਪ੍ਰਤੀ ਹਫ਼ਤਾ ਉਹ EMPLOYEES ਨੂੰ ਦਿੱਤਾ ਜਾਊ, ਕਿਉਂਕਿ ਉਹ ਜਿਹੜਾ ਹੈ ਇਹ ਸਾਰਾ ਕੁਝ ਜਿਹੜਾ ਲੱਗਦਾ ਕਿਉਂਕਿ ਇਹਦੇ ਵਿੱਚ ਉਹ ਹੋਊਗਾ ਵਾਕਿਆ ਹੀ ਉਹ ਜਿਹੜੇ ਨੇ ਉਹ ਆਪਦੀ ਮਰਜ਼ੀ ਕਰਕੇ ਨਹੀਂ ਘਰੇ ਬੈਠੇ, ਇਨਫੈਕਟ ਜਿਹੜਾ ਸੀਗਾ ਉਹ ਲਾਕਡਾਊਨ। ਅੱਛਾ, ਇਹ ਵੀ ਗੱਲ ਕਹੀ ਜਾ ਰਹੀ ਸੀ ਕਿ ਸੁਖ ਧਾਲੀਵਾਲ ਜੀ ਕਿ ਕੰਪਨੀਆਂ ਨੂੰ ਵੀ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸੀ ਵੀ ਜੇ ਤੁਹਾਡੇ ਕਾਮਿਆਂ ਨੇ ਵੀ ਵੈਕਸੀਨੇਸ਼ਨ ਕੰਪਲੀਟ ਕੀਤੀ ਹੈ ਤਾਂ ਉਹਨਾਂ ਨੂੰ ਕੰਮ ਤੇ ਰੱਖਿਆ ਜਾਵੇ, ਅਦਰਵਾਈਜ਼ ਮਾਲਕ ਨੂੰ ਇਹ ਅਥਾਰਟੀ ਹੈਗੀ ਹੈ ਵੀ ਉਹ ਆਪਣੇ EMPLOYEE ਨੂੰ ਮਨਾ ਕਰ ਸਕਦੇ ਨੇ ਕਿ ਨਾ, ਪਰ ਵੈਕਸੀਨੇਸ਼ਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇਹ ਵੀ ਜਿਹੜਾ ਖਬਰ ਨਿਕਲ ਕੇ ਸਾਹਮਣੇ ਆਈ ਸੀਗੀ। ਸੋ ਇਸ ਸੰਬੰਧੀ ਕੀ ਅਪਡੇਟ ਹੈ ਕਿ ਸਿਰਫ ਪ੍ਰੋਵਿੰਸ ਵਾਈਜ਼ ਹੀ ਹੋਏਗਾ ਜਾਂ ਓਵਰਆਲ ਜਿਹੜਾ ਇਹ ਫਰਮਾਨ ਜਾਰੀ ਕੀਤਾ ਗਿਆ? ਇਹ ਕਾਲਰ ਦੀ ਕਾਲ ਵੀ ਪਿਕ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸੁਖਤਾ ਯਾਰ ਦੀ ਗੱਲ ਕੀਤੀ ਹੈ ਜੀ, ਮੈਂ ਡਾਇਰੈਕਟਰ ਤੋਂ ਬੋਲਦਾ, ਸੁਰਿੰਦਰ ਸਿੰਘ ਜੀ। ਕੀ ਕਹਿਣਾ ਚਾਹੁੰਦੇ ਹੋ ਜੀ? ਇਹਨਾਂ ਨੂੰ ਵੋਟਾਂ 'ਚ ਵੀ ਇਹ ਸਵਾਲ ਕੀਤਾ ਸੀਗਾ ਕਿ ਜਿਹੜੇ ਸੁਪਰ ਵਿਜੇ ਵਾਲੇ ਆਏ ਪੱਕੇ ਹੋਣ ਲਈ ਕਿ 30,000 ਰੁਪਏ ਤੁਹਾਡਾ ਸਿਸਟਮ ਵਿੱਚ ਨੰਬਰ ਤਾਂ ਆਉਂਦੇ ਨਹੀਂ ਹੈਗੇ। ਇੱਕ ਮੈਨੂੰ ਪਤਾ ਟੀਵੀ ਦੇ ਹੋਰ ਵੀ ਇੱਕ ਆਈ ਜਾਨੀ ਕਹਿੰਦੀ ਮੈਂ 12 ਦੀ ਆਈ ਹੈ ਤਾਂ ਲੈਟਰੀ ਸਿਸਟਮ ਵਿੱਚ ਨੰਬਰ ਹੀ ਨਹੀਂ ਆਉਂਦਾ ਹੈਗਾ ਜੀ। ਇਹਨਾਂ ਨੂੰ ਇਹ ਕਹੋ ਕਿ ਲੈਟਰੀ ਸਿਸਟਮ ਬੰਦ ਕਰਨ ਤਾਂ 50,000 ਨਾਲ ਬੰਦਾ ਨਹੀਂ ਕਰਨ, ਜਾਂ 18 ਤੱਕ ਕਰਨ, 20 ਤੱਕ ਨਾ ਕਰਨ ਜੀ, ਹਾਲ ਥੋੜੇ ਕਰਨ ਜੀ। ਠੀਕ ਹੈ ਜੀ, ਇਸ ਸੰਬੰਧੀ ਕਰਦੇ ਹਾਂ ਜੀ ਗੱਲ। ਥੈਂਕ ਯੂ ਜੀ। ਇੱਕ 18 ਸਾਲ ਤੱਕ ਕੀ ਕਹਿੰਦੇ ਉਹ ਨਹੀਂ ਸਮਝ ਲੱਗੀ। ਇੱਕ ਹੋਰ ਕਾਲਰ ਜੁੜ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਰ, ਕੀ ਸਵਾਲ ਹੈ ਜੀ? ਹਾਂਜੀ ਇੱਕ ਹੋਰ ਕਾਲਰ ਕਾਲ ਕਰ ਰਹੇ ਹੈ ਜੀ, ਮੈਂ ਬੋਲ ਸਕਦਾ? ਜੀ ਬਿਲਕੁਲ ਜੀ ਬਿਲकुल, ਤੁਹਾਡੀ ਆਵਾਜ਼ ਆ ਰਹੀ ਹੈ, ਬੋਲ ਸਕਦੇ ਹੋ ਜੀ। ਹਾਂਜੀ, ਮੈਂ ਇਹ ਕਹਿਣਾ ਚਾਹੁੰਦਾ ਵੀ ਤੁਹਾਨੂੰ ਪਹਿਲਾਂ ਦੋਨੋਂ ਨੂੰ ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਟੀਵੀ ਦੀ ਵੋਲਿਊਮ ਥੋੜੀ ਜਿਹੀ ਘਟਾਓਗੇ ਜੀ, ਟੀਵੀ ਦੀ ਆਵਾਜ਼ ਘਟਾ ਦਿਓ ਓਕੇ ਜੀ। ਮੈਂ ਇੱਕ ਸਵਾਲ ਇਹ ਪੁੱਛਣਾ ਚਾਹੁੰਦਾ ਵੀ ਅਸੀਂ ਇੱਥੇ ਪਰਮਨੈਂਟ ਰੈਜ਼ੀਡੈਂਸ ਹੈਗੇ ਆ, ਅਸੀਂ ਇੰਗਲੈਂਡ ਨੂੰ ਜਾਣਾ ਹੈਗਾ ਦਸੰਬਰ ਵਿੱਚ, ਤੇ ਇੱਕ ਸਾਨੂੰ ਹਾਲੇ ਵੀ ਸਮਝ ਨਹੀਂ ਆਉਂਦੀ ਕਿ ਵੈਕਸੀਨੇਸ਼ਨ ਦਾ ਕਰਾਇਆ ਹੋਆ ਸਾਡੇ ਕੋਲ ਪੇਪਰ ਵੀ ਹੈਗੇ, ਉਹਦਾ ਵੀ ਜਿਹੜਾ ਪੇਪਰ ਹੁੰਦਾ ਹੈ ਲੈਮੀਨੇਟ ਹੈਗਾ, ਤੇ ਦੂਜਾ ਤੇ ਹੁਣ ਜਿਹੜਾ ਵੈਕਸੀਨੇਸ਼ਨ ਪਾਸਪੋਰਟ ਦੀ ਗੱਲ ਆ, ਵੈਕਸੀਨੇਸ਼ਨ ਜਿਹੜਾ ਪਾਸਪੋਰਟ ਆ ਉਹਦੇ ਬਾਰੇ ਧੰਨਵਾਦ ਸਾਨੂੰ ਸਮਝਾਉਣ ਵੀ ਇਹ ਪਾਸਪੋਰਟ ਕਦੋਂ ਇਸ਼ੂ ਕਰਨਾ, ਜਾਂ ਸਾਨੂੰ ਇਹਦੀ ਜ਼ਰੂਰਤ ਹੈਗੀ ਆ, ਜਾਂ ਪੀਸੀ ਗਵਰਨਮੈਂਟ ਨੇ ਕਰਨਾ, ਜਾਂ ਸਾਨੂੰ ਅਪਲਾਈ ਕਰਨਾ, ਕਿੱਦਾਂ ਅਸੀਂ ਕਰੀਏ, ਜਾਂ ਸਾਨੂੰ ਆਟੋਮੈਟਿਕ ਸਾਨੂੰ ਪੇਪਰ ਭੇਜੇਗੇ, ਆਟੋਮੈਟਿਕ ਇਨਫੋਰਮੇਸ਼ਨ ਆਊਗੀ, ਜਾਂ ਸਾਨੂੰ ਕੁਝ ਕਰਨਾ ਪਊਗਾ? ਜੀ ਠੀਕ ਹੈ ਜੀ, ਥੈਂਕ ਯੂ ਸੋ ਮਚ। ਸੋ ਪਹਿਲੇ ਕਾਲਰ ਦਾ ਜਿਹੜਾ ਸਵਾਲ ਸੀ ਸੁਖਤਾ ਲੀਵਾਲ ਜੀ, ਆਈ ਥਿੰਕ ਉਹ ਇਹ ਜਾਣਨਾ ਚਾਹੁੰਦੇ ਸੀ, ਲੋਟਰੀ ਸਿਸਟਮ ਦੀ ਗੱਲ ਤਾਂ ਹਮੇਸ਼ਾ ਹੀ ਹੋ ਰਹੀ ਹੈ ਵੀ ਲੋਟਰੀ ਸਿਸਟਮ ਬੰਦ ਕਰ ਦੇਣਾ ਚਾਹੀਦਾ ਹੈ। ਉਹਨਾਂ ਨੇ ਕਿਸੇ ਦੀ ਐਗਜ਼ਾਮਪਲ ਦਿੰਦੇ ਕਿਹਾ ਸੀ ਵੀ ਇੱਕ ਪਹਿਲਾਂ ਵੀ ਥੋੜੇ ਦਿਨ ਪਹਿਲਾਂ ਕਿਸੇ ਨੇ ਸਵਾਲ ਉਹਨਾਂ ਨੂੰ ਕੀਤਾ ਸੀਗਾ ਵੀ 2012 ਦੇ ਆਈ ਥਿੰਕ ਆਏ ਹੋਏ ਨੇ, ਤੇ ਹੁਣ ਤੱਕ ਜਿਹੜਾ ਸੁਪਰ ਵੀਜ਼ੇ ਲਈ ਉਹਨਾਂ ਦਾ ਨੰਬਰ ਨਹੀਂ ਆ ਰਿਹਾ। ਸੋ ਇਹ ਕੁਐਸਚਨ ਉਹ ਕਰਨਾ ਚਾਹ ਰਹੇ ਸੀਗੇ। ਦੇਖੋ ਜਿਹੜਾ ਸੁਪਰ ਵੀਜ਼ਾ ਉਹ ਤਾਂ ਹਰੇਕ ਨੂੰ ਇਸ ਵੇਲੇ ਅਸੀਂ ਮੁਹੱਈਆ ਕਰ ਰਹੇ ਹੈਗੇ। ਜਿਹੜਾ ਉਹਨਾਂ ਨੇ ਕੁਐਸਚਨ ਕਿਹਾ ਸੀ ਵੀ ਜੀ ਡਿਪੈਂਡੈਂਟ ਦੀ ਏਜ 18 ਸਾਲ ਨਹੀਂ ਹੋਣੀ ਚਾਹੀਦੀ, 20 ਸਾਲ ਹੋਣੀ ਚਾਹੀਦੀ, ਇਨਫੈਕਟ ਉਹ ਤਾਂ ਅਸੀਂ ਕੀਤਾ 18 ਸਾਲ ਦੀ, 22 ਸਾਲ ਦੀ ਸੀਗੀ ਜਿਹੜੀ ਕੰਜ਼ਰਵੇਟਿਵ ਗਵਰਨਮੈਂਟ ਵੇਲੇ, ਹੁਣ ਉਹ 18 ਸਾਲ ਦੀ। ਉਹਦਾ ਤਾਂ ਮਤਲਬ ਆ ਕਿ ਉਹ ਐਪਲੀਕੇਸ਼ਨ ਦੇ ਵਿੱਚ ਪਾਰਟਿਸਪੈਂਟ ਜ਼ਿਆਦਾ ਹੋਣਗੇ। ਓਕੇ, ਠੀਕ ਹੈ ਨਾ, ਉਹ ਤਾਂ ਉਹ ਲੋਕਾਂ ਦੇ ਫਾਇਦੇ ਦੀ ਗੱਲ ਕੀਤੀ ਵੀ ਜਦੋਂ ਅਸੀਂ ਫੈਮਿਲੀਜ਼ ਨੂੰ ਇਕੱਠਾ ਕਰਨਾ ਚਾਹੁੰਦੇ ਆ ਤਾਂ ਜੇ 18 ਸਾਲ ਤੋਂ ਲੈ ਕੇ 20 ਸਾਲ 22 ਸਾਲ ਤਾਈਂ ਬੱਚਾ ਹੋਊਗਾ ਉਹ ਫਿਰ ਉੱਥੇ ਰਹਿ ਗਏ, ਫਿਰ ਤਾਂ ਫੈਮਿਲੀਜ਼ ਇਕੱਠੀਆਂ ਕਰਨ ਦਾ ਕੋਈ ਤੁਕ ਨਹੀਂ ਬਣਦਾ। ਹੁਣ ਇਹ ਕਹਿੰਦੇ ਵੀ ਜੀ 20 ਦਾ ਕਰ ਦਿਓ ਸੁਰਿੰਦਰ ਸਿੰਘ ਹੋਣੀ। ਸੋ ਮੈਨੂੰ ਨਹੀਂ ਲੱਗਦਾ ਵੀ ਇਹ ਆਈਡੀਆ ਇਹਨਾਂ ਦਾ, ਜੇ ਇਹੀ ਆਈਡੀਆ ਉਹ ਦੇਣਾ ਚਾਹੁੰਦੇ ਸੀ ਉਹ ਗੁੱਡ ਆਈਡੀਆ। ਦੂਸਰਾ ਇਹਨਾਂ ਨੇ ਕਿਹਾ ਵੀ 30,000 'ਚ ਨੰਬਰ ਨਹੀਂ ਆਇਆ, ਠੀਕ ਹੈ ਜੀ, ਪਰ ਇਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਕੰਜ਼ਰਵੇਟਿਵ ਪਾਰਟੀ ਵੇਲੇ ਉਹਨਾਂ ਨੇ ਤਾਂ ਬਿਲਕੁਲ ਹੀ ਬੰਦ ਕਰ ਦਿੱਤਾ ਸੀ, ਠੀਕ ਹੈ ਨਾ। ਅਖੀਰਲੇ ਸਾਲ ਜਦੋਂ ਇਲੈਕਸ਼ਨ ਸੀਗਾ 2015 ਦਾ, ਤਾਂ ਉਦੋਂ ਉਹਨਾਂ ਨੇ 5,000 ਐਪਲੀਕੇਸ਼ਨ ਲਈ ਸੀ। ਅਸੀਂ ਜੇ ਪਿੱਛੇ ਐਵਰੇਜ ਦੇਖੀ ਜਾਵੇ ਅੱਜ ਤੱਕ, ਉਹਦੇ ਵਿੱਚ 20,000 ਐਪਲੀਕੇਸ਼ਨ ਜਿਹੜੀ ਆ ਉਹ ਅਸੀਂ ਲੈ ਰਹੇ ਹਾਂ, ਠੀਕ ਹੈ ਜੀ। ਇਸ ਸਾਲ ਅਲੋਨ ਪਹਿਲਾਂ 10,000 ਪਹਿਲਾਂ ਚੱਕੀ ਸੀਗੀ, 30,000 ਹੁਣ ਜਿਹੜੀ ਐਪਲੀਕੇਸ਼ਨ ਜਿਹੜੀ ਆ ਉਹ ਲਈ। ਹੁਣ ਦੇਖੋ ਜਿਹੜਾ ਬੈਕਲੌਗ ਆਰਟੀਫੀਸ਼ੀਅਲ ਕ੍ਰੀਏਟ ਕਰਕੇ ਗਏ ਆ ਉਹ ਤਾਂ ਕੰਜ਼ਰਵੇਟਿਵ ਪਾਰਟੀ ਕਰ ਗਈ, ਪਰ ਹੁਣ ਉਹਨੂੰ ਕਲੀਅਰ ਕਰਨ ਲਈ ਅਸੀਂ ਜਿਹੜੀ ਆ ਇਹ ਸਾਰਾ ਕਦਮ ਚ, ਔਰ 30,000 ਦੇ ਵਿੱਚੋਂ ਵੀ ਲਾਟਰੀ ਨਹੀਂ ਕੱਢੀ ਜੀ, ਉਹਦੇ ਵਿੱਚੋਂ ਅਸੀਂ ਜਿਹੜਾ ਸੀਗਾ ਉਹ ਹੁਣ ਨਵੀਂ ਨਹੀਂ ਕੋਈ ਪਾਇਆ, ਜਿਸ ਤਰ੍ਹਾਂ ਇਹ ਕਹਿੰਦੇ ਨੇ ਵੀ ਨਵੇਂ ਲੋਕ ਅੱਗੇ ਪਾਉਂਦੇ ਸੀ ਹਰੇਕ ਸਾਲ, ਤਾਂ ਉਹਦੇ ਵਿੱਚੋਂ ਕਈ ਵਾਰ ਪਹਿਲੇ ਨਵਿਆਂ ਦਾ ਪਹਿਲੇ ਸਾਲ ਵਾਲਿਆਂ ਦਾ ਨੰਬਰ ਆ ਜਾਂਦਾ, ਪੁਰਾਣਿਆਂ ਦਾ ਰਹਿ ਜਾਂਦਾ। ਹੁਣ ਜਿਹੜੇ ਇਸ ਵੇਲੇ 30,000 ਜਿਹੜੇ ਸੀਗੇ ਅਸੀਂ ਪਿਕ ਕੀਤੀਆਂ ਨੇ ਐਪਲੀਕੇਸ਼ਨਾਂ, ਉਹ ਜਿਹੜਾ ਪੁਰਾਣਾ ਪੂਲ ਪਿਆ ਹੈਗਾ ਜਿਨ੍ਹਾਂ ਨੇ ਪਿਛਲੇ ਸਾਲ ਅਪਲਾਈ ਕੀਤਾ ਸੀ, ਉਹਨਾਂ ਦੇ ਵਿੱਚੋਂ 30,000 ਐਪਲੀਕੇਸ਼ਨ ਜਿਹੜੀ ਆ ਉਹ ਚੱਕੀ ਗਈ ਆ, ਔਰ ਉਹਨੂੰ ਅਸੀਂ ਹੁਣ ਛਾਣਬੀਨ ਕਰ ਰਹੇ ਹਾਂ। ਔਰ ਹੋ ਸਕਦਾ ਉਹਦੇ ਵਿੱਚੋਂ ਕੁਝ ਸਾਰੇ ਜਿਹੜੇ ਲੋਕ ਨੇ 30,000 ਜਿਹੜੇ ਇਨਵੀਟੇਸ਼ਨ ਭੇਜੇ ਉਹਨਾਂ ਚੋਂ ਅਪਲਾਈ ਨਾ ਕਰਨ, ਜਿਹੜਾ 60 ਡੇਜ਼ ਕਰਨਾ ਸੀ, ਫਿਰ ਜਿਹੜੀਆਂ ਉਹ ਰਹਿੰਦੀਆਂ ਐਪਲੀਕੇਸ਼ਨਾਂ ਫਿਰ ਦੁਬਾਰਾ ਉਹਨਾਂ ਨੂੰ ਉਹ ਜਿਹੜਾ ਉਹ ਭੇਜਣਗੇ। ਜੋ 30,000 ਐਪਲੀਕੇਸ਼ਨ ਦੀ ਗੱਲ ਕਰਦੇ ਆ ਨਾ, ਇੱਕ ਬਹੁਤ ਵੱਡਾ ਨੰਬਰ ਹੈ, ਕਿਉਂਕਿ ਜਦੋਂ ਆਪਾਂ ਨੰਬਰ ਇਹਨਾਂ ਨੂੰ ਸਮਝਾਈਏ ਸੁਰਿੰਦਰ ਸਿੰਘ ਉਹਨਾਂ ਨੂੰ, ਸ਼ਾਇਦ ਫਿਰ ਇਹ ਵੀ ਅੱਗੇ ਵੀ ਦੱਸ ਸਕਣਗੇ ਵੀ ਇਹ ਬਹੁਤ ਵਧੀਆ ਕੰਮ ਕੀਤਾ। ਜੇ ਹੁਣ ਆਪਾਂ ਇੱਕ ਸਾਲ ਦੇ ਕੋਟੇ ਦੇ ਵਿੱਚ 30,000 ਦੀ ਗੱਲ ਕਰਦੇ ਹੈਗੇ ਆ, 4 ਲੱਖ ਤਾਂ ਆਪਾਂ ਟੋਟਲ ਲੈ ਕੇ ਆਉਣਾ ਸਾਲ ਦੇ ਵਿੱਚ, ਠੀਕ ਹੈ ਨਾ। 30,000 ਐਪਲੀਕੇਸ਼ਨ 'ਚ ਇੱਕ ਐਪਲੀਕੇਸ਼ਨ 'ਚ ਜੇ 2 ਪੇਰੈਂਟਸ ਹੋ ਗਏ ਤੇ ਨਾਲ ਜੇ ਐਵਰੇਜ 2 ਬੱਚੇ ਲਾ ਲਈਏ ਤਾਂ 4 ਹੋ ਗਏ ਪਾਰਟਿਸਪੈਂਟ। 1,20,000 ਐਪਲੀਕੇਸ਼ਨ ਜਿਹੜੀ ਆ ਉਹ ਹੋ ਗਈ 4 ਲੱਖ ਦੇ ਵਿੱਚੋਂ ਨਾ ਐਪਲੀਕੇਸ਼ਨ ਨਹੀਂ, 30,000 ਐਪਲੀਕੇਸ਼ਨ, ਪਰ 1,20,000 ਜਿਹੜੇ ਨੇ ਉਹ ਇਮੀਗ੍ਰੈਂਟ ਹੋ ਗਏ। ਹੁਣ ਜੇ 4 ਲੱਖ ਦੇ ਵਿੱਚੋਂ 1,20,000 ਇਮੀਗ੍ਰੈਂਟ ਗਿਣਦੇ ਆ ਤਾਂ 30% ਤੋਂ ਉੱਤੇ ਜਿਹੜਾ ਹੈਗਾ ਇਹ ਨੰਬਰ ਜਿਹੜਾ ਉੱਤੇ ਚਲੇ ਗਿਆ। ਹੁਣ 30% ਤੋਂ ਉੱਤੇ ਜਿਹੜੀ ਇੱਕੋ ਹੀ ਕੈਟਾਗਰੀ ਨੂੰ ਜਿਹੜੀ ਦੇ ਦੇਣੀ, ਉਹਦੇ ਵਿੱਚ ਅਸੀਂ ਸਪਾਊਸਲ ਕੇਸ ਵੀ ਲੈ ਕੇ ਆਉਣੇ ਆ, ਉਹਦੇ ਵਿੱਚ ਅਸੀਂ ਸਟੂਡੈਂਟਾਂ ਤੋਂ ਵੀ ਪੱਕੇ, ਉਹਦੇ ਵਿੱਚ ਅਸੀਂ ਇਕਨੋਮਿਕ ਇਮੀਗ੍ਰੇਸ਼ਨ ਵੀ ਲੈ ਕੇ ਆਉਣੀ, ਉਹਦੇ ਵਿੱਚ ਇਨਵੈਸਟਰ ਕੈਟਾਗਰੀ ਵੀ ਲੈ ਕੇ ਆਉਣੀ ਆ, ਸੋ ਉਹਦੇ ਵਿੱਚ ਰਿਫਿਊਜੀਜ਼ ਵੀ ਆਉਣੇ ਆ। ਉਸ 4 ਲੱਖ ਦੇ ਵਿੱਚ ਸਾਰਾ ਕੋਟਾ ਹੈਗਾ, ਸੋ ਉਸ ਦੇ ਵਿੱਚੋਂ ਇੱਕ ਬਹੁਤ ਵੱਡਾ ਨੰਬਰ ਦਿੱਤਾ ਗਿਆ। ਜਦੋਂ ਕਿ ਕੰਜ਼ਰਵੇਟਿਵ ਵੇਲੇ ਜੇ ਦੇਖਦੇ ਆ ਤਾਂ ਜੇ ਉਹ 5,000 ਐਪਲੀਕੇਸ਼ਨ ਲੈਂਦੇ ਸੀ ਤੇ 22 ਸਾਲ ਉਹਨਾਂ ਦੀ ਐਵਰੇਜ ਏਜ ਸੀਗੀ, ਤਾਂ ਉਹ
5000 ਪਿੱਛੇ ਤੁਸੀਂ ਲਾ ਲਓ ਵੀ ਐਵਰੇਜ ਮੈਨੂੰ ਲੱਗਦਾ ਨਹੀਂ ਵੀ 3 ਵੀ ਮੈਂਬਰ ਆਉਂਦੇ ਸੀਗੇ, ਠੀਕ ਹੈ ਨਾ। ਤੇ ਉਹ ਜਿਹੜੀ ਕਿਤੇ ਜਿਹੜਾ ਸੀ ਉਹ 15000 ਸੀਗਾ, ਕਿਤੇ 1,20,000। ਸੋ 15000 ਤੇ 1,20,000 ਦੇ ਵਿੱਚ ਬਹੁਤ ਫਰਕ ਹੈਗਾ। ਸੋ ਅਸੀਂ ਬੜੇ ਪ੍ਰਾਊਡ ਆ ਕਿ ਜੋ ਅਸੀਂ ਅੱਜ ਤਾਈਂ ਕੰਮ ਕੀਤਾ ਉਹ ਉਹਨਾਂ ਨਾਲੋਂ ਮੈਸ ਪਾਈ ਹੋਈ ਸੀ ਜਿਹੜੀ ਕੰਜ਼ਰਵੇਟਿਵ ਪਾਰਟੀ ਵੱਲੋਂ, ਉਹਨੂੰ ਕਲੀਨ ਕਰਨ ਦੇ ਵਿੱਚ ਹੀ ਲੱਗੇ ਹੋਏ ਆ ਔਰ ਉਹਨੂੰ ਅਸੀਂ ਸਮੇਂ-ਸਮੇਂ ਦੇ ਨਾਲ ਜਿਹੜਾ ਵਾ ਉਹ ਕਲੀਨ ਕਰ ਰਹੇ ਆ। ਔਰ ਦੂਸਰਾ ਉਹਨਾਂ ਨੇ ਵੈਕਸੀਨੇਸ਼ਨ ਦਾ ਕੁਐਸਚਨ ਕੀਤਾ, ਇੱਕ ਬਹੁਤ ਵਧੀਆ ਕੁਐਸਚਨ ਉਹਨਾਂ ਨੇ ਰੇਜ਼ ਕੀਤਾ ਹੈ, ਕਿਉਂਕਿ ਇਹ ਬਹੁਤ ਸਾਰੇ ਹੋਰ ਵੀ ਲੋਕਾਂ ਦੀ ਹੋਊਗੀ। ਉਹਦੇ ਵਿੱਚ ਵੈਕਸੀਨੇਸ਼ਨ ਪਾਸਪੋਰਟ ਜਿਹੜਾ ਹੈਗਾ ਉਹ ਪ੍ਰੋਵਿੰਸ਼ੀਅਲ ਜ਼ਿੰਮੇਵਾਰੀ ਆ। ਉਹ ਪ੍ਰੋਵਿੰਸ਼ੀਅਲ ਗਵਰਨਮੈਂਟ BC ਗਵਰਨਮੈਂਟ ਨੇ ਆਲਰੇਡੀ ਇਸ਼ੂ ਕੀਤਾ, ਪਰ BC ਗਵਰਨਮੈਂਟ ਨੂੰ ਹਦਾਇਤਾਂ ਦਿੱਤੀਆਂ ਕਿ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਸਟੈਂਡਰਡ ਜਿਹੜਾ ਵਾ ਉਹ ਮੇਨਟੇਨ ਕਰਨਾ ਚਾਹੁੰਦੇ, ਜਿਹਦੇ ਵਿੱਚ ਜਿਹੜਾ ਵਾ ਉਹਦੀ ਡੇਟ ਆਫ ਬਰਥ ਵੀ ਹੋਵੇ, ਉਹਦੇ ਵਿੱਚ ਕਿਹੜੀਆਂ ਡੋਜ਼ਜ਼ ਉਹਨਾਂ ਦੇ ਲੱਗੀਆਂ ਹੈਗੀਆਂ ਉਹ ਹੋਣੀਆਂ। ਉਹ ਮੈਨੂੰ ਲੱਗਦਾ ਜਲਦੀ ਜਿਹੜਾ ਵਾ ਪਾਸਪੋਰਟ ਉਹ ਆ ਜਾਊਗਾ। ਉਹ ਇਹ BC ਗਵਰਨਮੈਂਟ ਨੂੰ ਆਨਲਾਈਨ ਅਪਲਾਈ ਕਰਨਗੇ, ਉੱਥੋਂ ਉਹ ਮਿਲ ਜਾਊਗਾ ਤੇ ਉਹਨੂੰ ਇਹ ਪ੍ਰਿੰਟ ਕਰਕੇ ਵੀ ਰੱਖ ਸਕਦੇ ਹੈਗੇ ਜੀ। ਸੋ ਜਿਹੜੇ ਕਾਲਰ ਕਾਲ ਕਰ ਰਹੇ ਸੀ ਉਹ ਕਾਲ ਕਰ ਸਕਦੇ ਨੇ। ਸੁਖ ਧਾਲੀਵਾਲ ਜੀ, ਔਰ ਦੂਸਰਾ ਮੈਂ ਹਜੇ ਹੋਰ ਗੱਲ ਕਰਨੀ ਚਾਹੁੰਦਾ, ਉਹਦੇ ਵਿੱਚ ਇਹ ਹੈ ਵੀ ਜੇ ਹੁਣ ਵੀ ਇਹ ਜਾਣਾ ਚਾਹੁੰਦੇ ਨੇ ਤਾਂ ਜਿਹੜਾ ਹੁਣ ਵੀ ਪਾਸਪੋਰਟ ਹੈਗਾ BC ਦਾ ਬਣਿਆ ਉਹ ਵੈਲਿਡ ਹੈਗਾ, ਉਹ ਤੁਸੀਂ ਲੈ ਕੇ ਹੁਣੇ ਚਲੇ ਜਾਓ। ਪਰ ਨਾਲ ਆਪਣਾ ਕਾਰਡ ਜਿਹੜਾ ਇਹਨਾਂ ਨੇ ਲੈਮੀਨੇਟ ਕਰਾਇਆ ਨਾ, ਜਿਹਦੇ ਤੇ 2 ਡੋਜ਼ ਲੱਗੀਆਂ, ਉਹ ਜ਼ਰੂਰ ਨਾਲ ਲੈ ਕੇ ਜਾਓ, ਕਿਉਂਕਿ ਜਦੋਂ ਵਾਪਸ ਆਉਣਾ ਤਾਂ ਉਦੋਂ CBSA ਵਾਲੇ ਜੇ ਪੁੱਛਦੇ ਹੈਗੇ ਆ ਤੁਹਾਨੂੰ ਵੀ ਤੁਹਾਡੇ ਡੋਜ਼ ਲੱਗੀਆਂ ਹੈਗੀਆਂ ਨੇ, ਤਾਂ ਉਹਨਾਂ ਨੂੰ ਉਹ ਤੁਸੀਂ ਕਾਰਡ ਦਿਖਾ ਸਕਦੇ ਹੋ, ਉਹਦੇ ਉੱਤੇ ਲੋਟ ਨੰਬਰ ਤੇ ਉਹਨਾਂ ਦਾ ਜਿਹੜਾ ਵਾ ਡੇਟ ਕਿਹੜੀ ਨੂੰ ਲੱਗਿਆ ਉਹ, ਕਿਉਂਕਿ ਇਹੀ ਇਨਫੋਰਮੇਸ਼ਨ ਜਿਹੜੀ ਆ ਉਹ ਜਦੋਂ ਪਾਸਪੋਰਟ ਜਿਹੜਾ BC ਦਾ ਰਿਵਾਈਜ਼ ਕਰਨਗੇ ਤਾਂ ਇਹੀ ਇਨਫੋਰਮੇਸ਼ਨ ਉਹਦੇ ਤੇ ਉਹਨਾਂ ਨੇ ਹੋਰ ਜਿਹੜੀ ਆ ਉਹ ਪਾਉਣੀ ਆ, ਵੀ ਪਹਿਲੀ ਡੋਜ਼ ਕਿੰਨੀ ਤਰੀਕ ਨੂੰ ਲੱਗੀ, ਉਹਦਾ ਕਿਹੜਾ ਲੋਟ ਨੰਬਰ ਸੀਗਾ, ਉਹ ਕਿਹੜੀ ਸੀ, ਦੂਜੀ ਕਿਹੜੀ ਸੀ, ਰਾਈਟ, ਔਰ ਕਿਹੜੀ ਡੇਟ ਨੂੰ ਲੱਗੀ, ਔਰ ਡੇਟ ਆਫ ਬਰਥ। ਇਹੀ ਚੀਜ਼ਾਂ ਮਿਸਿੰਗ ਹੈਗੀਆਂ BC ਪਾਸਪੋਰਟ ਤੋਂ। ਬਾਕੀ ਹਜੇ ਵੀ ਜੇ ਅੱਜ ਵੀ ਉਹ ਜਾਣਾ ਚਾਹਣ ਤਾਂ ਉਹ ਜਾ ਸਕਦੇ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ, ਸਾਡਾ ਸਵਾਲ ਇਹ ਆ, ਹੁਣ ਮੈਂ ਟੀਵੀ ਸ਼ੋਅ ਦੇਖਦੀ ਸੀ, ਸੌਰੀ ਮੈਂ ਟੀਵੀ ਦੀ ਆਵਾਜ਼ ਘੱਟ ਕਰ ਹਾਂਜੀ ਹਾਂਜੀ ਕਢਾ ਲਓ ਜੀ। ਹਾਂਜੀ, ਅੱਛਾ, ਮੇਰਾ ਸਵਾਲ ਇਹ ਸੀ, ਜਿੱਦਾਂ ਆਪਾਂ ਹੁਣ 10 ਸਾਲਾਂ ਦੇ ਵੀਜ਼ੇ ਲਵਾਏ ਹੋਏ ਆ ਇੰਡੀਆ ਦੇ। ਜੀ ਹੈਲੋ, ਹਾਂਜੀ ਹਾਂਜੀ ਬੋਲੋ ਜੀ। ਹਾਂਜੀ 10 ਸਾਲਾਂ ਦੇ ਵੀਜ਼ੇ ਲਵਾਏ ਆ, ਕਿਸੇ ਦੇ 10 ਸਾਲ ਅਜੇ ਰਹਿੰਦੇ ਹੀ ਆ, ਅਕਤੂਬਰ ਤੋਂ ਪਹਿਲਾਂ ਲਵਾਏ ਸੀ, ਕਿਸੇ ਦੇ 5 ਸਾਲ ਰਹਿੰਦੇ, 7 ਸਾਲ ਰਹਿੰਦੇ, ਅਸੀਂ ਫੀਸ ਦਿੱਤੀ ਹੋਈ ਆ। ਹੁਣ ਉਹ ਜੇ ਕਿਸੇ ਨੇ ਜਾਣਾ ਆ ਤੇ ਉਹ ਕਹਿੰਦੇ ਵੀ ਉਹ ਕੈਂਸਲ ਆ, ਨਵਾਂ ਵੀਜ਼ਾ ਲਵੋ। ਪਹਿਲਾਂ ਕਹਿੰਦੇ ਸੀ 31 ਤੱਕ ਉਹਨਾਂ ਨੇ ਸਟਾਪ ਕੀਤੇ ਆ ਕਿ 31 ਤੱਕ ਉਹਨਾਂ ਨੇ ਦੱਸ ਦੇਣਾ। ਹੁਣ ਉਹ ਕਹਿੰਦੇ ਆ ਕਿ ਨਵੰਬਰ 15 ਤੱਕ ਉਹ ਨਹੀਂ ਕਰ ਦਿੱਤੇ ਕਿ ਦੱਸਣਗੇ ਵੀ ਉਹ ਵੀਜ਼ੇ ਚੱਲਣੇ ਆ ਜਾਂ ਨਵੇਂ ਲੈਣੇ ਪੈਣੇ। ਉਹਦਾ ਕੀ ਪ੍ਰੋਸੀਜਰ ਹੈ? ਸਿਰਫ ਇਹੀ ਪੁੱਛਣਾ ਸੀ ਮੈਂ ਭਾਜੀ। ਜੀ ਠੀਕ ਹੈ ਜੀ, ਕਰਦੇ ਹਾਂ ਇਸ ਤੇ ਗੱਲ। ਥੈਂਕ ਯੂ। ਹਾਂਜੀ, ਥੈਂਕ ਯੂ ਜੀ। ਦੇਖੋ, ਇਹ ਜਿਹੜਾ ਪਹਿਲੀ ਗੱਲ ਤਾਂ ਇਹ ਵੀ ਇੰਡੀਅਨ ਵੀਜ਼ੇ ਦੀ ਗੱਲ ਕਰਦੇ ਇੰਡੀਅਨ ਵੀਜ਼ੇ ਦੀ। ਹਾਂਜੀ, ਦੇਖੋ, ਇੰਡੀਅਨ ਵੀਜ਼ਾ ਸਾਡੀ ਜੁਡੀਕਸ਼ਨ ਨਹੀਂ, ਕਿਉਂਕਿ ਇੰਡੀਅਨ ਗਵਰਨਮੈਂਟ ਦੀ ਸੋਵਰਨਟੀ ਹੈਗੀ, ਮਰਜ਼ੀ ਹੈਗੀ ਆ, ਉਹ ਜਿੱਦਾਂ ਚਾਹੁੰਦੇ ਆ ਉਦਾਂ ਦੇ ਉਹ ਫੈਸਲੇ ਜਿਹੜੇ ਆ ਉਹ ਲੈਂਦੇ ਆ। ਔਰ ਉਹਦੇ ਵਿੱਚ ਜਿਹੜੀ ਮੈਨੂੰ ਨੌਲੇਜ ਹੈਗੀ, ਜਿੰਨੀ ਕੁ ਮੈਨੂੰ ਨੌਲੇਜ ਆ ਮੈਂ ਦੱਸ ਸਕਦਾ, ਪਰ ਫਿਰ ਵੀ ਇਹਨਾਂ ਨੂੰ ਚਾਹੀਦਾ ਕਿ ਉਹ ਇੰਡੀਅਨ ਕੌਂਸੂਲੇਟ ਨਾਲ ਗੱਲ ਕਰਨ, ਜਾਂ ਜਿਹੜਾ ਵਾ ਇੱਥੇ ਇਹਨਾਂ ਦੇ ਜਿਹੜੇ ਆਫਿਸਿਸ ਹੈਗੇ ਨੇ ਖੋਲੇ ਹੋਏ ਉਹ ਸੈਟਲਾਈਟ ਉਹਨਾਂ ਵੀਜ਼ਾ ਆਫਿਸਿਸ ਦੇ ਬਾਹਰ ਅਸੀਂ ਖੁਦ ਵੀ ਵਿਜ਼ਿਟ ਕੀਤਾ ਸੀ ਸੁਖ ਧਾਲੀਵਾਲ ਜੀ। ਤਾਂ ਬਹੁਤ ਲੰਬੀਆਂ ਲਾਈਨਾਂ ਲੱਗੀਆਂ ਨੇ, ਲੋਕ ਤਾਂ ਵੈਸੇ ਹੀ ਤਰਾ ਕਰ ਰਹੇ ਨੇ। ਲੋਕ ਕਹਿੰਦੇ ਅਸੀਂ ਸਵੇਰੇ 3-3 4-4 ਵਜੇ ਤੋਂ ਆ ਕੇ ਖੜਦੇ ਹਾਂ, ਔਰ ਕਈ ਲੋਕ ਜਿਵੇਂ ਫੀਸ ਦੀ ਇਹ ਵੀ ਗੱਲ ਕਰ ਰਹੇ ਸੀਗੇ, ਫੀਸ ਉਹ ਕਹਿੰਦੇ ਸਾਡੀ ਕੱਟੀ ਗਈ ਹੈ, ਫੀਸ ਸਾਨੂੰ ਵਾਪਸ ਹੋਣੀ ਹੈ ਕਿ ਨਹੀਂ, ਵੀਜ਼ਾ ਜੇ ਦੁਬਾਰਾ ਅਪਲਾਈ ਅਸੀਂ ਕਰ ਰਹੇ ਹਾਂ ਜਾਂ ਤਾਂ ਉਹਦੀ ਕੋਈ ਡਿਟੇਲ ਮਿਲਣੀ ਚਾਹੀਦੀ ਹੈ, ਕੋਈ ਮੇਲ ਆਵੇ, ਈਮੇਲ ਆਵੇ, ਕੁਝ ਦੱਸਿਆ ਜਾਵੇ ਨਾ। ਉਹਨਾਂ ਨੂੰ ਅਪਾਇੰਟਮੈਂਟਸ ਈਵਨ ਕਿ ਆਨਲਾਈਨ ਵੀ ਅਪਾਇੰਟਮੈਂਟਸ ਕਹਿੰਦੇ ਨਹੀਂ ਮਿਲਦੀਆਂ ਪਈਆਂ, ਸਾਈਟਸ ਹੀ ਬੰਦ ਹੋਈਆਂ ਪਈਆਂ ਨੇ। ਸੋ ਇੰਨੀ ਵੱਡੀ ਪਰੇਸ਼ਾਨੀ ਆ ਰਹੀ, ਇਹਦਾ ਕੋਈ ਤਾਂ ਇੱਥੇ ਲੋਕਲ ਲੈਵਲ ਦੇ ਉੱਤੇ ਹੱਲ ਹੋਣਾ ਚਾਹੀਦਾ। ਦੇਖੋ, ਉਹਦੇ ਵਿੱਚ ਇੱਕੋ ਹੀ ਗੱਲ ਹੈਗੀ ਆ ਬਈ ਅਸੀਂ ਹਾਈ ਕਮਿਸ਼ਨਰ ਨੂੰ ਲਿਖ ਸਕਦੇ ਹਾਂ। ਹਾਂਜੀ, ਕਿਉਂਕਿ ਮੇਰੇ ਨਾਲ ਇੱਕ ਹੋਰ ਅਦਾਰਾ ਹੈ, ਰੇਡੀਓ ਅਦਾਰਾ, ਉਹਨਾਂ ਨੇ ਸੰਪਰਕ ਪੈਦਾ ਕੀਤਾ ਸੀ, ਮਨਿੰਦਰ ਗਿੱਲ ਉਹਨਾਂ ਦਾ ਕੱਲ ਟੈਲੀਫੋਨ ਆਇਆ ਸੀ। ਜਿਹੜੀ ਕੱਲ ਤੁਸੀਂ ਸ਼ੈਰੀ ਜੀ ਰੇਜ਼ ਕੀਤੀ, ਬਿਲਕੁਲ ਐਗਜ਼ੈਕਟਲੀ ਉਹਨਾਂ ਨੇ ਕਿਹਾ ਮੈਨੂੰ ਵੀ ਉਹ ਗਏ, ਉਹਨਾਂ ਨੇ ਫੋਟੋਆਂ ਲਈਆਂ ਬਈ, ਔਰ ਮੈਨੂੰ ਕਿਸੇ ਦਾ ਫੋਨ ਵੀ ਆਇਆ ਕੱਲ, ਉਹ ਕਹਿੰਦੇ ਵੀ 12 ਵਜੇ ਤੜਕੇ ਜਾ ਕੇ ਕਹਿੰਦੇ ਤੁਸੀਂ ਲਾਈਨ 'ਚ ਲੱਗੋ ਤੇ ਤੁਹਾਨੂੰ 40-50 ਟੋਕਨ ਜਿਹੜੇ ਆ ਅਸੀਂ ਦੇਣੇ ਹੈਗੇ ਆ, ਤੇ ਉਦੋਂ ਬਾਅਦ ਉਹ ਕੰਮ ਠੱਪ ਆ। ਪਰ ਦੇਖੋ, ਮੈਂ ਉਹ ਆਪ ਦੇਖਿਆ ਨਹੀਂ, ਜਦੋਂ ਮੈਂ ਫਸਟ ਹੈਂਡ ਇਨਫੋਰਮੇਸ਼ਨ ਆਪ ਨਹੀਂ ਦੇਖਦਾ, ਮੈਨੂੰ ਉਹਦੇ ਬਾਰੇ ਕੋਈ ਜਿਹੜਾ ਵਾ ਬਿਆਨ ਦੇਣਾ ਠੀਕ ਨਹੀਂ। ਪਰ ਜੇਕਰ ਇਹੋ ਜਿਹੀਆਂ ਸਮੱਸਿਆਵਾਂ ਆ ਰਹੀਆਂ ਸਾਡੇ ਕੰਸਟੀਟਿਊਐਂਟਸ ਨੂੰ, ਇਹ ਚਾਹੀਦਾ ਤੁਸੀਂ ਐਜ ਏ ਮੀਡੀਆ ਵੀ ਹਾਈ ਕਮਿਸ਼ਨਰ ਜਿਹੜੇ ਬਹੁਤ ਵਧੀਆ ਇਨਸਾਨ ਨੇ, ਮੈਂ ਦੇਖਿਆ, ਉਹਨਾਂ ਨਾਲ ਗੱਲ ਕਰੋ, ਔਰ ਮੈਂ ਵੀ ਉਹਨਾਂ ਨੂੰ ਜਿਹੜਾ ਵਾ ਲਿਖੂੰਗਾ
Exactly, ਜੇ ਮੇਰੇ ਕਨਸਟੀਟੂਐਂਟਸ ਜਿਹੜੇ ਕਹਿ ਰਹੇ ਜੀ। ਵੀ ਲੈਟਸ ਫਿਗਰ ਇਟ ਆਊਟ, ਅੱਗੇ ਵੀ ਜਦੋਂ ਆਏ ਆ ਇੱਥੇ ਆ ਕੇ ਗਏ ਹਾਈ ਕਮਿਸ਼ਨਰ ਔਰ ਲੋਕਲ ਕਾਉਂਸਲੇਟ ਜਨਰਲ ਵੀ ਉਸ ਵੇਲੇ ਸੀਗੇ, ਉਦੋਂ ਵੀ ਉਹਨਾਂ ਨਾਲ ਗੱਲ ਜਿਹੜੀ ਸੀਗੀ ਇਹ BSF ਜਿਹੜੇ ਇਹਨਾਂ ਦੇ BSL ਜੋ ਵੀ ਕਹਿੰਦੇ ਇਹਨਾਂ ਜੀ। ਨੂੰ ਆਫਿਸਰ ਜਿਹੜੇ ਹੈਗੇ, ਇਹਨਾਂ ਦੇ ਕਾਰਜਕਰਮ ਬਾਰੇ ਜਿਹੜੀ ਸੀ ਗੱਲਬਾਤ ਆਈ, ਉਹਨਾਂ ਨੂੰ ਅਸੀਂ ਅਪਡੇਟ ਕੀਤਾ ਸੀ ਵੀ ਆਹ ਮੇਰੇ ਕਨਸਟੀਟੂਐਂਟਸ ਨੂੰ ਪ੍ਰੋਬਲਮ ਆ ਰਹੀਆਂ ਨੇ, ਇਹਦਾ ਰਿਜ਼ੋਲਵ ਤੁਸੀਂ ਕਰੋ। ਔਰ ਉਹਦਾ ਉਹਨਾਂ ਨੇ ਕਿਹਾ ਸੀ ਵੀ ਅਸੀਂ ਇਹਦਾ ਹੱਲ ਜਿਹੜਾ ਵਾ ਉਹ ਲੱਭਦੇ ਆ, ਔਰ ਮੇਰਾ ਖਿਆਲ ਉਹਨਾਂ ਨੇ ਉਹ ਹੱਲ ਜਿਹੜਾ ਸੀ ਉਸ ਵੇਲੇ ਉਹ ਕੀਤਾ। ਪਰ ਹੁਣੇ ਜਿਹੜੀ ਨਵੀਂ ਸਮੱਸਿਆ ਸਾਹਮਣੇ ਆਈ ਆ, ਇਹਦਾ ਵੀ ਮੈਂ ਉਹਨਾਂ ਨੂੰ ਜਿਹੜਾ ਹੈਗਾ ਉਹ ਵੀ ਮੈਂ ਵੀ ਲਿਖੂੰਗਾ, ਔਰ ਤੁਸੀਂ ਐਜ ਮੀਡੀਆ ਜਿਹੜਾ ਇੱਕ ਵੱਡਾ ਰੋਲ ਅਦਾ ਕਰ ਸਕਦੇ, ਤੁਸੀਂ ਵੀ ਜਿਹੜਾ ਵਾ। ਅਸੀਂ ਆਪਣੇ ਤੌਰ ਦੇ ਉੱਤੇ ਧਾਲੀਵਾਲ ਜੀ ਇਸ ਇਸ਼ੂ ਨੂੰ ਕਾਫੀ ਦਿਨਾਂ ਤੋਂ ਅਸੀਂ ਚੁੱਕ ਰਹੇ ਹਾਂ, ਪਰ ਜਦੋਂ ਤੱਕ ਇੱਥੋਂ ਦੀ ਲੋਕਲ ਗਵਰਨਮੈਂਟ ਜਿਹੜੀਆਂ ਸਰਕਾਰਾਂ ਵੀ ਮਿਲ ਕੇ ਫੈਡਰਲ ਲੈਵਲ ਤੇ ਵੀ ਬੇਸ਼ੱਕ ਗੱਲ ਕੀਤੀ ਜਾਏ, ਉਹਨਾਂ ਵੱਲੋਂ ਵੀ ਲਿਖਤੀ ਰੂਪ ਦੇ ਵਿੱਚ ਆਈ ਥਿੰਕ ਉਹਨਾਂ ਦੇ ਨਾਲ ਸੰਪਰਕ ਸਾਧਨਾ ਚਾਹੀਦਾ, ਕਿਉਂਕਿ ਇਸ ਵੇਲੇ ਲੋਕ ਪਰੇਸ਼ਾਨ ਨੇ। ਅਸੀਂ ਕਰਾਂਗੇ ਇਸ ਗੱਲ ਤੇ। ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਦੇਖੋ, ਜਦੋਂ ਮੈਨੂੰ ਤਾਂ ਲੋਕ ਹੀ ਦੱਸਦੇ ਨਾ, ਮੈਨੂੰ ਤਾਂ ਕੱਲ ਹੀ ਜਿਹੜਾ ਸੀ ਇਸ ਗੱਲ ਦਾ ਪਤਾ ਲੱਗਿਆ। ਮੈਂ ਤੁਹਾਨੂੰ ਦੱਸਿਆ ਕਿ ਕੱਲ ਉਹਨਾਂ ਦਾ ਮੈਨੂੰ ਟੈਲੀਫੋਨ ਆਇਆ, ਮਨਿੰਦਰ ਉਹਨਾਂ ਦਾ, ਭਾਜੀ ਦਾ, ਔਰ ਉਹਨਾਂ ਨੇ ਮੈਨੂੰ ਜਦੋਂ ਦੱਸਿਆ ਵੀ ਆਹ ਲਾਈਨ ਲੱਗੀ ਆ, ਫੋਟੋਆਂ ਨੇ ਉਹਨਾਂ ਦੀਆਂ। ਇਸੇ ਤਰ੍ਹਾਂ ਮੈਨੂੰ ਕਿਸੇ ਮੇਰੇ ਕਨਸਟੀਟੂਐਂਟ ਦਾ ਕੱਲ ਫੋਨ ਆਇਆ ਜੀ, ਔਰ ਉਹਨਾਂ ਨੇ ਵੀ ਮੈਨੂੰ ਇਹੀ ਕਿਹਾ ਵੀ ਵੀਰ ਜੀ ਵੀ ਅਸੀਂ ਗਏ ਸੀ, ਉਹ ਤਾਂ ਕਹਿੰਦੇ ਵੀ 12 ਵਜੇ ਪਹਿਲਾਂ ਲਾਈਨ 'ਚ ਆ ਜਾਓ, ਵੀ ਜਿਹੜੇ ਆ ਕੇ ਲੱਗ ਜਾਣ ਤੇ ਪਹਿਲੇ 40-50 ਟੋਕਨ ਦੇਣੇ, ਉਸ ਤੋਂ ਬਾਅਦ ਅਸੀਂ ਸਰਵ ਨਹੀਂ ਕਰਨਾ ਕਿਸੇ ਨੂੰ ਵੀ। ਤੇ ਉਹ ਬੜੀ ਮੁਸ਼ਕਲ ਹੈਗਾ ਵੀ ਜਿਹੜੇ ਅੱਜ ਇਹ ਵੀ ਨਹੀਂ ਵੀ ਉਹ ਟੋਕਨ ਜਿਹੜੇ ਦੇ ਦੇਣ ਵੀ ਚਲੋ ਅੱਜ ਨਹੀਂ ਵਾਰੀ ਤਾਂ ਕੱਲ ਨੂੰ ਆਜੂ, ਕਹਿੰਦੇ ਇਹ ਕੰਮ ਨਹੀਂ, ਕੱਲ ਨੂੰ ਨਵੇਂ ਦੁਬਾਰਾ ਫੇਰ ਆ ਕੇ ਲਾਈਨ 'ਚ ਲੱਗੋ। ਹੁਣ ਕਈ ਲੋਕ ਜਿਹੜੇ ਨੇ ਉਹ ਰੋਜ਼ ਵਿਚਾਰੇ ਲਾਈਨ 'ਚ ਆ ਕੇ ਲੱਗਣਗੇ, ਸੋ ਉਹ ਜਿਹੜਾ ਵੱਡੀ ਸਮੱਸਿਆ ਹੈਗੀ ਆ, ਉਹ ਮੈਂ ਜਿਹੜਾ ਹੈਗਾ ਮੈਂ ਹਾਈ ਕਮਿਸ਼ਨਰ ਉਹਨਾਂ ਨੂੰ ਜਿਹੜਾ ਇਹ ਲਿਖੂੰਗਾ ਕਿ ਵੀ ਇਹ ਜਿਹੜੀ ਮੇਰੀ ਅੰਡਰਸਟੈਂਡਿੰਗ ਆ ਵੀ ਆਹ ਹੋ ਰਿਹਾ, ਵੀ ਇਹਦਾ ਕੋਈ ਨਾ ਕੋਈ ਰਿਜ਼ੋਲਵ ਆ ਜਿਹੜਾ ਉਹ ਲੱਭਣਾ ਚਾਹੀਦਾ। ਬਿਲਕੁਲ। ਸੋ ਧਾਲੀਵਾਲ ਜੀ, ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ? ਲੋਕ ਪਰੇਸ਼ਾਨ ਵੀ ਨੇ, ਨਵੀਂ ਕੈਬਨਿਟ ਤਬਦੀਲ ਹੋ ਗਈ ਨੇ, ਉਮੀਦਾਂ ਵੀ ਨਵੀਆਂ ਬੱਝ ਚੁੱਕੀਆਂ ਨੇ, ਬੈਕਲੌਗ ਕੰਪਲੀਟ ਕਰਨ ਦੇ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਸਵਾਲ ਨੇ, ਕੀ ਉਹਨਾਂ ਨੂੰ ਅਖੀਰ ਦੇ ਵਿੱਚ ਕਹਿਣਾ ਚਾਹੋਗੇ? ਦੇਖੋ, ਇਹੀ ਕਹਿਣਾ ਚਾਹੁੰਦਾ ਵੀ ਪਿੱਛੇ ਜਿਹੜਾ ਸੀ ਗਵਰਨਮੈਂਟ ਨੇ ਜਦੋਂ ਇਮੀਗ੍ਰੇਸ਼ਨ ਦਾ ਮਸਲਾ ਆਉਂਦਾ, ਉਹਦੇ ਉੱਤੇ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਇਦੋਂ ਵਧੀਆ ਕਿਸੇ ਵੀ ਪਿਛਲੇ ਸਰਕਾਰ ਨੇ ਜਾਂ ਮੰਤਰੀ ਨੇ ਕੰਮ ਨਹੀਂ ਕੀਤਾ। ਤੇ ਹੁਣ ਵੀ ਆਸ ਆ, ਕਿਉਂਕਿ ਦੇਖੋ ਸਾਡਾ ਕੰਮ ਆ ਉੱਥੇ ਜਾ ਕੇ ਜਿਹੜੇ ਮੈਂ ਤਾਂ ਹਮੇਸ਼ਾ ਆਪਦੇ ਕਨਸਟੀਟੂਐਂਟਸ ਲਈ ਲੜਦਾ, ਜੋ ਕਨਸਟੀਟੂਐਂਟਸ ਦੀਆਂ ਸਮੱਸਿਆਵਾਂ ਮੈਨੂੰ ਆ ਰਹੀਆਂ। ਅੱਜ ਵੀ ਆ ਕੇ ਦੇਖੋ, ਮੇਰੇ ਆਫਿਸ 'ਚ ਆ ਜਾਓ ਤੁਸੀਂ, ਕਿਸੇ ਨੂੰ ਵੀ 12 ਵਜੇ ਤੋਂ ਬਾਅਦ ਜਦੋਂ ਮਰਜ਼ੀ ਤੁਸੀਂ ਦੇਖੋ ਕਿ ਲਾਈਨ 100 ਤੋਂ ਵੱਧ ਜਿਹੜਾ ਲੋਕ ਆ ਉਹ ਮੇਰੀ ਕਨਸਟੀਟੂਐਂਸੀ 'ਚ ਐਵਰੀਡੇ ਆ ਰਿਹਾ ਇਸ ਵੇਲੇ ਜੀ। 100 ਬੰਦੇ ਨੂੰ ਮੈਂ ਸਰਵ ਕਰ ਰਿਹਾ ਐਵਰੀਡੇ ਕਨਸਟੀਟੂਐਂਸੀ। ਇਹਦਾ ਮਤਲਬ ਸਮੱਸਿਆਵਾਂ ਤਾਂ ਹੈਗੀਆਂ ਬਿਲਕੁਲ, ਠੀਕ ਹੈ ਨਾ। ਉੱਥੋਂ ਮੈਨੂੰ ਪਤਾ ਲੱਗਦਾ ਵੀ ਕੀ ਸਮੱਸਿਆਵਾਂ ਨੇ। ਓਪਨ ਹਾਊਸ ਹੁੰਦਾ, ਹੁਣ ਮੇਰਾ ਵੈਨਸਡੇ ਅੱਜ ਓਪਨ ਹਾਊਸ ਆ ਕਿ ਵੀ ਉੱਥੇ ਲੋਕ ਆ ਸਕਦੇ ਆ, ਫੋਨ ਕਰਦੇ ਆ, ਮੈਂ ਉਹਨਾਂ ਨੂੰ ਅਪਾਇੰਟਮੈਂਟ 15-15 ਮਿੰਟ ਲਈ ਦਿੱਤੀਆਂ ਨੇ ਸਾਰਿਆਂ ਨੂੰ। ਇਸ ਲਈ ਹਰ ਹਫਤੇ ਅਸੀਂ ਤੁਹਾਨੂੰ ਸਟੂਡੀਓ 'ਚ ਵੀ ਬੁਲਾਉਂਦੇ ਆ। ਜ਼ਰੂਰ, ਮੈਂ ਇਹੀ ਕਹਿਣਾ ਵੀ ਔਰ ਦੱਸਣ ਵੀ, ਔਰ ਮੈਂ ਤੁਹਾਡੇ ਨਾਲ ਇੱਥੇ ਇਹੀ ਵਾਅਦਾ ਹੈਗਾ ਵੀ ਜਿਹੜੀਆਂ ਇਹ ਆ ਰਹੀਆਂ ਸਮੱਸਿਆਵਾਂ ਨੇ, ਇਹ ਜਿਹੜਾ ਹੈਗਾ ਮੰਤਰੀ ਨੂੰ ਥੋੜਾ ਜਿਹਾ ਮੈਂ ਬਰੀਥਿੰਗ ਟਾਈਮ ਦੇਣਾ ਚਾਹੁੰਦਾ, ਹਫਤਾ 2 ਹਫਤੇ ਉਹਨੂੰ ਚਾਹੁੰਦਾ ਕਿ ਉਹ ਜਿਹੜੇ ਨੇ ਆਪਦੀ ਇਸ ਪੋਜੀਸ਼ਨ ਦੇ ਵਿੱਚ ਬੈਠਣ, ਔਰ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਨੇ ਸੋਲੂਸ਼ਨਸ ਉਹਦੇ, ਔਰ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਦੱਸਾਂਗੇ। ਔਰ ਮੈਂ ਵਾਅਦਾ ਕਰਦਾ ਕਿ ਜਿਸ ਤਰੀਕੇ ਨਾਲ ਪਿੱਛੇ ਮਾਰਕ ਮੈਂਡੀਚੀਨੋ ਨੇ ਜਿਹੜੀ ਸੀ ਲੀਡਰਸ਼ਿਪ ਦਿਖਾਈ ਹੈਗੀ ਆ ਇਮੀਗ੍ਰੇਸ਼ਨ ਦੇ ਮਸਲੇ ਦੇ ਉੱਤੇ ਜਾਂ ਆਪਦੀ ਫਾਈਲ ਦੇ ਉੱਤੇ, ਇਸੇ ਤਰ੍ਹਾਂ ਸ਼ੌਨ ਫਰੇਜ਼ਰ ਜਿਹੜਾ ਨੇ ਉਹ ਆਪਣੀ ਫਾਈਲ ਦੇ ਉੱਤੇ, ਔਰ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੇ ਵਿੱਚ ਨਵੇਂ ਮੰਤਰੀ ਆਏ ਨੇ, ਚਾਹੇ ਸੀਨੀਅਰਸ ਦੀ ਆ। ਕਮਲ ਖਹਿਰਾ ਇੱਕ ਬਹੁਤ ਵਧੀਆ ਸਾਡੀ ਵਧੀਆ ਇਨਸਾਨ ਵੀ ਆ, ਮੈਂ ਬੱਚਿਆਂ ਵਾਂਗੂ ਆਪਣੇ ਉਹਨੂੰ ਪਿਆਰ ਕਰਦਾ, ਬੇਟੀਆਂ ਵਾਂਗੂ। ਤੇ ਉਹ ਹੁਣ ਜਿਹੜੇ ਸੀਨੀਅਰਸ ਦੇ ਇਸ਼ੂਜ਼ ਨੇ ਮੈਨੂੰ ਬੜਾ ਸੌਖਾ ਉਹਨਾਂ ਕੋਲ ਲੈ ਕੇ ਜਾਣਾ, ਔਰ ਮੈਨੂੰ ਪਤਾ ਕਿ ਉਹਨਾਂ ਦੀ ਪਰਸਨੈਲਿਟੀ ਜਿਹੜੀ ਆ ਉਹ ਬਹੁਤ ਵਧੀਆ ਪਰਸਨੈਲਿਟੀ ਆ ਕਮਲ ਦੀ, ਕਿ ਉਹ ਜਿਹੜੀ ਹੈਗੀ ਆ ਉਹ ਸਾਡੇ ਜਿਹੜੇ ਸੀਨੀਅਰਸ ਹੈਗੇ ਉਹਨਾਂ ਦੀ ਚੰਗੀ ਤਰੀਕੇ ਦੇ ਨਾਲ ਜਿਹੜੀ ਆ ਉਹ ਰਹਿਨੁਮਾਈ ਕਰੂਗੀ। ਇਸੇ ਤਰ੍ਹਾਂ ਜਦੋਂ ਆਪਾਂ ਮਾਰਕ ਮੈਂਡੀਚੀਨੋ ਦੀ ਗੱਲ ਕਰਦੇ ਆ, ਉਹ ਕਿਉਂਕਿ ਸਾਡੇ ਪਰਮ ਪਿਆਰੇ ਮਿੱਤਰ ਅੱਗੇ ਇਮੀਗ੍ਰੇਸ਼ਨ 'ਚ ਉਹਨਾਂ ਦੇ ਨਾਲ ਬਹੁਤ ਵਧੀਆ ਸੰਬੰਧ ਰੱਖੇ, ਹੁਣ ਉਹਨਾਂ ਨੂੰ ਜਿਹੜੀ ਆ ਉਹ ਪਬਲਿਕ ਸੇਫਟੀ ਦਿੱਤੀ ਆ। ਔਰ ਤੁਹਾਨੂੰ ਪਤਾ ਕਿ ਸਰੀ ਦੇ ਵਿੱਚ ਇਹ ਵੀ ਇੱਕ ਵੱਡਾ ਇਸ਼ੂ ਹੈਗਾ, ਔਰ ਉਹਦੇ ਵਿੱਚ ਵੀ ਕਿਉਂਕਿ ਅੱਗੇ ਉਹ ਐਜ ਇਮੀਗ੍ਰੇਸ਼ਨ ਮੰਤਰੀ ਜਿਹੜਾ ਸੀ ਇੱਥੇ ਆਉਂਦੇ ਰਹੇ ਸਰੀ 'ਚ, ਉਹ ਡਿਫਰੈਂਟ ਹੋਰ ਪ੍ਰੋਬਲਮਾਂ ਸੀਗੀਆਂ। ਹੁਣ ਦੂਜੀ ਸਮੱਸਿਆ ਉਹ ਜਿਹੜਾ ਹੈਗਾ ਮੈਨੂੰ ਆਸ ਆ ਕਿ ਉਹ ਹੱਲ ਕਰਨਗੇ। ਬਾਕੀ ਬਿਜ਼ਨੈਸਿਸ ਨੇ ਉਹਦੇ ਵਿੱਚ ਹਰਜੀਤ ਸੱਜਣ ਉਹਨਾਂ ਨੂੰ ਦਿੱਤਾ ਕਿ ਜੇ ਅੱਜ ਜਿਹੜੇ BC ਦੇ ਬਿਜ਼ਨਸ ਚਾਹੁੰਦੇ ਨੇ, ਜਿਹੜੀ ਵੈਸਟਰਨ ਇਕਨੋਮਿਕ ਡਾਈਵਰਸੀਫਿਕੇਸ਼ਨ ਪਹਿਲਾਂ ਹੁੰਦਾ ਸੀ ਉਹਦੇ 'ਚੋਂ ਇਕੱਲਾ ਹੁਣ ਇਸ ਵੇਲੇ ਪੈਸੀਫਿਕ ਇਕਨੋਮਿਕ ਡਿਵੈਲਪਮੈਂਟ ਬਣਿਆ, ਉਹਦੇ ਵਿੱਚ ਜਿਹੜੀਆਂ ਸਾਨੂੰ ਬਿਜ਼ਨਸ ਜਿਹੜੇ BC ਦੇ ਕਿਸ ਤਰੀਕੇ ਨਾਲ ਅੱਗੇ ਲੈ ਕੇ ਜਾਣੇ ਹੈਗੇ ਆ, ਉਹਦੇ ਵਿੱਚ ਅਸੀਂ ਕੰਮ ਕਰਾਂਗੇ। ਬਾਕੀ
ਹੋਰ ਇਸ਼ੂਜ਼ ਨੇ ਸਮੇਂ ਮੁਤਾਬਕ ਕ੍ਰਿਸਟੀਆ ਫਰੀਲੈਂਡ ਦੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨਾਲ ਵੀ ਰਾਬਤਾ, ਕਿਉਂਕਿ ਇਸ ਵੇਲੇ ਤਾਂ ਉਹੀ ਇਕੱਲੇ ਮੰਤਰੀ ਸੀਗੇ ਔਰ ਜਦੋਂ ਆਹ ਡਿਸੀਜਨਸ ਵੀ ਲਏ ਆ, ਇਨਪੁਟ ਜਿਹੜੀ ਉਹਨਾਂ ਨੇ ਮੇਰੇ ਤੋਂ ਲਈ ਆ ਔਰ ਉਹਨਾਂ ਨੂੰ ਇਨਕਾਰਪੋਰੇਟ ਵੀ ਕੀਤਾ ਇਸ ਡਿਸੀਜਨ ਦੇ ਵਿੱਚ। ਸੋ ਇਸ ਤਰ੍ਹਾਂ ਹੀ ਹੈਗਾ ਕਿ ਅਸੀਂ ਰਲ ਕੇ ਜਿਹੜਾ ਹੈਗਾ ਜਿਹੜੇ ਬਣੇ ਮੰਤਰੀ ਨੇ ਹਰੇਕ ਡਿਪਾਰਟਮੈਂਟ ਜਿੱਥੇ ਵੀ ਗੱਲ ਹੈਗੀ, ਕਾਰਲਾ ਕੁਆਟਰੋ ਇਸੇ ਖਿੱਤੇ ਤੋਂ ਨੇ, ਉਹਨਾਂ ਦੀ ਜਿਹੜਾ ਵਾ ਇਸ਼ੂਜ਼ ਨੇ ਹੁਣ ਜਿਹੜੇ ਇੰਪਲੋਇਮੈਂਟ ਦੇ ਜਾਂ ਇੰਪਲੋਇਡ ਦੇ ਜਾਂ LMIA ਦੇ ਆ ਸਕੇ ਉਹ ਵੀ ਜਿਹੜਾ ਹੈਗਾ ਉਹ ਗੱਲਬਾਤ ਸੁਣਨਗੇ ਤੇ ਉਹਨਾਂ ਨਾਲ ਵੀ ਇਹ ਰਾਬਤਾ ਪੈਦਾ ਰੱਖਾਂਗੇ। ਸੋ ਹੌਸਲਾ ਰੱਖਣ ਤੁਹਾਡੇ ਜਿਹੜੇ ਦਰਸ਼ਕ ਨੇ ਤੇ ਹੋਪਫੁਲੀ ਜਿਹੜਾ ਹੈਗਾ ਜਿਸ ਤਰ੍ਹਾਂ ਪਿੱਛੇ ਧੜੱਲੇ ਨਾਲ ਜਿਹੜਾ ਵਾ ਪੂਰਾ ਇਹਨਾਂ ਦੀ ਜਿਹੜੀ ਹੈਗੀ ਆ ਇਸ਼ੂਜ਼ ਨੂੰ, ਆਵਾਜ਼ ਨੂੰ ਅੱਗੇ ਲੈ ਕੇ ਜਾਂਦੇ ਰਹੇ, ਉਸੇ ਤਰ੍ਹਾਂ ਜਿਹੜਾ ਹੈਗਾ ਇਹੀ ਲੈ ਕੇ, ਕਿਉਂਕਿ ਮਨੋਰਥ ਹੀ ਇੱਕ ਆ ਪੋਲਿਟਿਕਸ, ਹੋਰ ਕੋਈ ਮਨੋਰਥ ਨਹੀਂ। ਜੇ ਕਹੋ ਪਰਮਾਤਮਾ ਨੇ ਸਭ ਕੁਝ ਦਿੱਤਾ, ਰਾਈਟ, ਪ੍ਰੋਫੈਸ਼ਨ ਦੇ ਥਾਂ ਤੇ ਪ੍ਰੋਫੈਸ਼ਨ ਹੈਗਾ, ਸੁੱਖ ਨਾਲ 2 ਪ੍ਰੋਫੈਸ਼ਨਲ ਸਬਜੈਕਟਸ ਇੰਜੀਨੀਅਰਿੰਗ ਦੇ ਸਬਜੈਕਟਸ ਡਿਗਰੀਆਂ ਨੇ, ਪੋਸਟ ਗ੍ਰੈਡ ਡਿਪਲੋਮਾ ਵੀ ਹੈਗਾ, ਪ੍ਰੋਫੈਸ਼ਨਲ ਇੰਜੀਨੀਅਰ ਦਾ ਸਟੇਟਸ ਵੀ, BC ਲੈਂਡ ਸਰਵੇਅਰ ਦੇ ਵੀ 20 EMPLOYE ਵੀ ਕੰਮ ਕਰਦੇ ਆ, ਰਾਈਟ, ਇੱਥੇ, ਔਰ ਬੱਚੇ ਆਪਣੀ ਥਾਂ ਤੇ ਸੈੱਟ ਹੈਗੇ ਆ। 9 ਵੀ ਜਿਹੜਾ ਹੈਗਾ ਲੋਕਾਂ ਨੂੰ ਹੋਊਗਾ ਵੀ ਸ਼ਾਇਦ ਬਣਾਉਣ, ਉਹ ਵੀ ਹਰ ਪਾਸੇ ਜਿਹੜਾ ਵਾ ਔਰ ਵਧੀਆ ਹੀ ਆ, ਕਿਉਂਕਿ ਐਡੀ ਵੱਡੀ ਗਿਣਤੀ ਦੇ ਵਿੱਚ 54% ਲੋਕਾਂ ਨੇ ਜਿਹੜੀ ਆ ਪਰਸੈਂਟ ਵੋਟ ਜਿਹੜੀ ਆ ਉਹ ਪਈ ਆ। ਔਰ ਜਦੋਂ ਅਸੀਂ ਲਿਬਰਲ ਦੇਖਦੇ ਆ ਸਾਰੇ ਵੈਸਟਰਨ ਕੈਨੇਡਾ 'ਚ ਜਿਹੜੇ ਲਿਬਰਲ ਕੈਂਡੀਡੇਟ ਸੀਗੇ ਸਾਡੇ, ਉਹਨਾਂ ਸਾਰਿਆਂ ਦੇ ਨਾਲੋਂ ਜਿਹੜੀ ਪਰਸੈਂਟੇਜ 54% ਸਭ ਨੂੰ ਜ਼ਿਆਦਾ ਵੋਟ ਜਿਹੜੀ ਆ ਉਹ ਪਾ ਕੇ ਮੈਨੂੰ ਅੱਗੇ ਭੇਜਿਆ। ਸੋ ਮੈਂ ਧੰਨਵਾਦ ਕਰਦਾ ਫਿਰ ਇੱਕ ਵਾਰ ਸਾਰੇ ਵਲੰਟੀਅਰਸ ਦਾ, ਸਪੋਰਟਰਸ ਦਾ, ਵੋਟਰਸ ਦਾ, ਜਿਨ੍ਹਾਂ ਨੇ ਮੌਕਾ ਦਿੱਤਾ। ਪਰ ਹੁਣ ਮੇਰਾ ਵਾਰੀ ਆ ਉਹਨਾਂ ਦੀ ਸੇਵਾ ਜਿਹੜੀ ਅਗਲੇ ਸਮੇਂ ਲਈ ਕਰਨੀ। ਮੈਂ ਤਨਦੇਹੀ ਦੇ ਨਾਲ ਜਿਹੜਾ ਹੈਗਾ ਮੈਂ ਤੁਹਾਨੂੰ ਕਹਿਣਾ ਪੂਰਾ ਸਮਾਂ ਲਾ ਕੇ ਜਿਸ ਤਰ੍ਹਾਂ ਅੱਗੇ ਸਖਤ ਮਿਹਨਤ ਕਰਦਾ ਰਿਹਾ, ਉਸੇ ਜਿਹੜੀ ਹੈਗੀ ਆ ਪੈਸ਼ਨ ਦੇ ਨਾਲ, ਉਸੇ ਰਫਤਾਰ ਨਾਲ ਉਹਨਾਂ ਦੀ ਮਦਦ ਕਰੂੰਗਾ ਔਰ ਤੁਹਾਡੇ ਨਾਲ ਜਿਹੜਾ ਰਾਬਤਾ ਰੱਖੂੰਗਾ, ਕਿਉਂਕਿ ਤੁਹਾਡੇ ਥਰੂ ਜਿਹੜਾ ਹੈਗਾ ਮੈਂ ਲੋਕਾਂ ਨਾਲ ਰੂਬਰੂ ਹੁੰਨਾ, ਉਹਨਾਂ ਦੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਤੇ ਉਹਦਾ ਹੱਲ ਜਿਹੜਾ ਉਹ ਜ਼ਰੂਰ ਕੱਢਾਂਗੇ। ਜੀ, ਥੈਂਕ ਯੂ ਸੋ ਮਚ ਸੁਖ ਧਾਲੀਵਾਲ ਜੀ, ਸਟੂਡੀਓ ਦੇ ਵਿੱਚ ਆਉਣ ਲਈ, ਦ ਮਾਰਨਿੰਗ ਸ਼ੋਅ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਨ ਲਈ। ਥੈਂਕ ਯੂ ਤੁਹਾਡਾ ਫਿਰ ਇੱਕ ਵਾਰ ਸ਼ੈਰੀ ਜੀ, ਔਰ ਚੈਨਲ ਪੰਜਾਬੀ ਦਾ ਸਮੂਹ ਟੀਮ ਦਾ, ਤੁਹਾਡੀ ਦਾ ਮੈਨੇਜਮੈਂਟ ਦਾ, ਔਰ ਜਿੰਨੇ ਵੀ ਤੁਹਾਡੇ ਸਪੋਰਟ ਟੀਮ ਆ ਉਹਦਾ, ਔਰ ਸਾਰੇ ਤੁਹਾਡੇ ਦਰਸ਼ਕਾਂ ਦਾ, ਐਂਡ ਚੜ੍ਹਦੀ ਕਲਾ 'ਚ ਰਹੋ। ਬਿਲਕੁਲ, ਥੈਂਕ ਯੂ। ਸੋ ਸੁਖ ਧਾਲੀਵਾਲ ਜੀ ਜੁੜੇ ਹੋਏ ਸੀ, ਬਹੁਤ ਸਾਰੇ ਮੁੱਦਿਆਂ ਤੇ ਉਹਨਾਂ ਨਾਲ ਗੱਲਬਾਤ ਹੋਈ ਹੈ। ਨਵੀਂ ਕੈਬਨਿਟ ਬਣ ਚੁੱਕੀ ਹੈ, ਨਵੇਂ ਮੰਤਰੀ ਜਿਹੜੇ ਨੇ ਮਤਲਬ ਅਹੁਦਿਆਂ ਦੇ ਉੱਤੇ ਇੱਧਰ ਉੱਧਰ ਥੋੜੇ ਹੋ ਗਏ ਨੇ, ਪਰ ਜਿਹੜੇ ਅਹੁਦੇ ਮੰਤਰੀਆਂ ਨੂੰ ਮਿਲੇ ਨੇ ਉਹਨਾਂ ਦੇ ਵਿੱਚ ਇਮੀਗ੍ਰੇਸ਼ਨ ਦੇ ਅਹੁਦੇ ਦੇ ਉੱਤੇ ਸਭ ਤੋਂ ਜ਼ਿਆਦਾ ਨਜ਼ਰਾਂ ਟਿਕੀਆਂ ਹੋਈਆਂ ਨੇ। ਉਮੀਦ ਕਰਦੇ ਹਾਂ ਕਿ ਅੱਗੇ ਚੰਗੇ ਤੇ ਵੱਡੇ ਫੈਸਲੇ ਜਿਹੜੇ ਲੋਕਾਂ ਦੇ ਹੱਕ ਦੇ ਵਿੱਚ, ਜਿਹੜੇ ਇਮੀਗ੍ਰੇਸ਼ਨ ਦੇ ਵਿੱਚ ਜ਼ਰੂਰੀ ਨੇ, ਉਹ ਜਲਦੀ ਹੀ ਦੇਖਣ ਨੂੰ ਮਿਲਣ। ਕੱਲ ਫਿਰ ਤੋਂ ਮਿਲਦੇ ਹਾਂ ਦ ਮਾਰਨਿੰਗ ਸ਼ੋਅ ਦੇ ਵਿੱਚ ਨਵੇਂ ਟੌਪਿਕ ਦੇ ਨਾਲ, ਨਵੇਂ ਗੈਸਟ ਦੇ ਨਾਲ। ਇਜਾਜ਼ਤ ਦਿਓ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।